ਜਿਹੜੇ ਬੰਦੇ ਸਵਾਲ ਕਰਦੇ ਨੇ ਇਸ ਬਾਬਤ ਕਿ ਪੰਜਾਬ 'ਚ ਉਹ ਕਾਰਜ ਪਹਿਲਾਂ ਹੋਣੇ ਚਾਹੀਦੇ ਨੇ। ਪੰਜਾਬ ਦੇ ਵਿੱਚ ਵੀ ਸੇਵਾ ਕਾਰਜ ਖਾਲਸਾ ਏਡ ਦੇ ਜਿਹੜੇ ਨਿਰੰਤਰ ਚੱਲ ਰਹੇ ਨੇ ਤੇ ਬਹੁਤ ਸਾਲਾਂ ਤੋਂ ਚੱਲ ਰਹੇ ਨੇ। ਸਿਰਫ ਉਹਦੇ ਵਿੱਚ ਕਿਤੇ ਨਾ ਕਿਤੇ ਇਹ ਕਮੀ ਜ਼ਰੂਰ ਮਹਿਸੂਸ ਤੁਹਾਨੂੰ ਲੱਗਦੀ ਹੈ ਕਿ ਸੰਗਤ ਨੂੰ ਦੀ ਪੂਰੀ ਜਾਣਕਾਰੀ ਜਿਹੜੀ ਨਹੀਂ ਪਹੁੰਚ ਪਾਉਂਦੀ ਹੈਗੀ ਕਿ ਕਿਹੜੇ ਸੇਵਾ ਕਾਰਜ ਨੇ ਕਿੰਨੀ ਦੇਰ ਤੋਂ ਚੱਲ ਰਹੇ ਨੇ। ਸਾਡੇ ਨਾਲ ਗੱਲ ਭਾਵੇਂ ਕਰਨ ਨਾ ਕਰਨ, ਪਰ ਉਸ ਇਲਾਕੇ ਦੀ ਸੰਗਤ, ਉਸ ਇਲਾਕੇ ਦੇ ਜਿਹੜੇ ਲੋਕ ਨੇ ਜਿਨ੍ਹਾਂ ਨੂੰ ਬੈਨੀਫਿਟ ਹੋਇਆ ਉਸ ਚੀਜ਼ ਦਾ, ਉਹਨਾਂ ਨੂੰ ਜਾ ਕੇ ਵਿਚਰ ਕੇ ਗੱਲ ਕਰਕੇ ਦੇਖ ਸਕਦੇ ਨੇ ਕਿ ਕੀ ਹਾਂ ਕੋਈ ਫਾਇਦਾ ਹੋਇਆ ਜਾਂ ਨਹੀਂ ਹੋਇਆ। ਲੇਕਿਨ ਜਦੋਂ ਹੁਣ ਆਪਣੇ ਘਰ 'ਚੋਂ ਸਵਾਲ ਉੱਠਦਾ ਆ ਤਾਂ ਕੀ ਲੱਗਦਾ ਸਵਾਲ ਉੱਠ ਕਿਉਂ ਰਿਹਾ ਆ? ਜਿਹੜੇ ਸਾਡੇ ਵੀਰਾਂ ਵੱਲੋਂ ਇਹ ਸਵਾਲ ਹੁੰਦਾ ਹੈ ਕਿ ਪਹਿਲ ਦੇ ਆਧਾਰ ਤੇ ਪਹਿਲਾਂ ਪੰਜਾਬ ਦਾ ਕਰਨ ਦੀ ਲੋੜ ਹੈ, ਸਾਨੂੰ ਪੰਜਾਬ ਤੋਂ ਬਾਹਰ ਫਿਰ ਕਰਨ ਦੀ ਲੋੜ ਹੈ। ਹੁਣ ਉਹ ਸਵਾਲ ਸਿੱਖੀ ਦੇ ਸਿਧਾਂਤ ਦੇ ਜਿਹੜਾ ਨਾਲ ਅਲਾਈਨ ਨਹੀਂ ਹੁੰਦਾ। ਤੇ ਹੁਣ ਜਿੱਥੇ ਕੋਈ ਕੁਦਰਤੀ ਆਫਤ ਪੰਜਾਬ 'ਚ ਆਉਂਦੀ ਹੈ ਤਾਂ ਉੱਥੇ ਸੇਵਾ ਕਾਰਜ ਕੀਤੇ ਵੀ ਗਏ ਨੇ, ਹੁੰਦੇ ਨੇ। ਪੰਜਾਬ 'ਚ ਹੜ੍ਹ ਆਏ ਨੇ, ਬਹੁਤ ਵੱਡੇ ਪੱਧਰ ਤੇ ਆਏ ਨੇ, ਉੱਥੇ ਵੀ ਸੇਵਾ ਕਾਰਜ ਚੱਲ ਰਹੇ ਨੇ। ਹੁਣ ਅਸੀਂ ਇਕੱਲੀ ਗੱਲ ਇਹ ਕਰਕੇ ਨਹੀਂ ਨਾ ਕਰ ਸਕਦੇ ਕਿ ਦੇਖੋ ਅਸੀਂ ਤੁਰ ਤਾਂ ਸਿੱਖ ਸਿਧਾਂਤ ਤੇ ਰਹੇ ਹਾਂ, ਪਰ ਪਹਿਲਾਂ ਅਸੀਂ ਸਿੱਖ ਦੀ ਗੱਲ ਕਰਾਂਗੇ। ਹੁਣ ਅਸੀਂ ਖਾਲਸਾ ਏਡ ਇੰਡੀਆ ਸਾਡੀ ਜਿਹੜੀ ਇਕਾਈ ਉਹਦੇ ਵਿੱਚ ਅਸੀਂ FCRA ਨਹੀਂ ਲਿਆ। ਹੁਣ ਇਹਦੇ ਬਾਵਜੂਦ ਵੀ ਸੰਗਤ ਦੇ ਵਿੱਚ ਬੜੀ ਵਾਰ ਇੱਕ ਮਿਸਅੰਡਰਸਟੈਂਡਿੰਗ ਹੁੰਦੀ ਹੈ ਕਿ ਖਾਲਸਾ ਏਡ ਕੋਲ ਤਾਂ FCRA ਹੈ ਨਹੀਂ, ਇਹ ਆਪਣਾ ਪੈਸਾ ਇੰਡੀਆ ਭੇਜ ਕੇ ਲਾਉਂਦੇ ਕਿਵੇਂ? ਇਹ ਸੰਸਥਾ ਨੂੰ ਭੇਜ ਹੀ ਨਹੀਂ ਸਕਦੇ ਜੀ, ਇਹ ਪੈਸਾ ਬਾਹਰ ਖਾ ਗਏ ਜੀ, ਇਹ ਰੱਖ ਲਿਆ ਜੀ। ਗੱਲਾਂ ਕਿਤੇ ਨਾ ਕਿਤੇ ਸਾਡੇ ਵੀ ਧਿਆਨ 'ਚ ਆਉਂਦੀਆਂ ਨੇ, ਸੁਣਨ ਨੂੰ ਵੀ ਮਿਲਦੀਆਂ ਨੇ। ਖਾਲਸਾ ਏਡ ਤੇ ਜਾਂ ਜਿਹੜੀਆਂ ਸਿੱਖ ਸੰਸਥਾਵਾਂ ਨੇ ਜੋ ਇਸ ਵਕਤ ਸੇਵਾ ਕਾਰਜ ਕਰ ਰਹੀਆਂ ਨੇ, ਕਦੇ ਉਹਨਾਂ ਨੂੰ ਡਰੱਗ ਸਪਲਾਇਰ ਬਣਾ ਦਿੱਤਾ ਜਾਂਦਾ, ਕਦੇ ਉਹਨਾਂ ਨੂੰ ਸਟੂਡੈਂਟਸ ਤੱਕ ਹਥਿਆਰ ਪਹੁੰਚਾਉਣ ਦਾ ਜ਼ਰੀਏ ਦਾ ਟੈਗ ਦਿੱਤਾ ਜਾਂਦਾ, ਤੇ ਖਾਸ ਤੌਰ ਤੇ ਕਦੇ ਨਾ ਕਦੇ ਐਂਟੀ ਨੈਸ਼ਨਲ ਗਤੀਵਿਧੀਆਂ ਵਿੱਚ ਸ਼ਾਮਲ ਕਰਕੇ ਜਾਂ ਉਹ ਟੈਗ ਉਹਨਾਂ ਦੇ ਲੱਗ ਜਾਂਦੇ ਨੇ। ਸਾਡੀਆਂ ਜਿਹੜੀਆਂ ਸੰਸਥਾਵਾਂ ਨੇ, ਸਾਡੇ ਜਿਹੜੇ ਸਿੱਖ ਬੁੱਧੀਜੀਵੀ ਨੇ, ਸਾਡੇ ਜਿਹੜੇ ਮੀਡੀਆ ਆਊਟਲੈਟ ਨੇ, ਉਹ ਮੂਹਰੇ ਆ ਕੇ ਉੱਥੇ ਸਹਿਯੋਗ ਕਰਨ ਉਸ ਚੀਜ਼ ਦੇ ਵਿੱਚ। ਕੋਈ ਵੀ ਸੰਸਥਾ ਹੈ, ਅਸੀਂ ਗੱਲ ਕਰੀ ਖਾਲਸਾ ਏਡ ਦੀ ਨਹੀਂ ਕਰਦੇ, ਸਾਡਾ ਕੋਈ ਵੀ ਵੀਰ ਭਾਈ ਹੈ, ਕੋਈ ਵੀ ਬੰਦਾ ਕਿਤੇ ਮਨੁੱਖੀ ਹੱਕਾਂ ਦੀ ਗੱਲ ਕਰਦਾ ਹੈ, ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਹੈ, ਜੇ ਉਹਦੇ ਤੇ ਕੋਈ ਹਜੇ ਐਲੀਗੇਸ਼ਨ ਕਿਸੇ ਤੇ ਵੀ ਲੱਗਦਾ ਹੈ ਤਾਂ ਮੂਹਰੇ ਹੋ ਕੇ ਨਾਲ ਖੜ ਕੇ ਸਹਿਯੋਗ ਕਰਨਾ ਚਾਹੀਦਾ ਵੀ ਨਹੀਂ ਭਾਈ ਇਹ ਚੀਜ਼ਾਂ ਗਲਤ ਨੇ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਟੀਵੀ ਤੇ ਮੈਂ ਹਾਂ ਸੁਰਖਾਬ। ਦੋਸਤੋ, ਜਦੋਂ ਅਸੀਂ ਸਿੱਖ ਧਰਮ ਨੂੰ ਦੇਖਦੇ ਹਾਂ ਤਾਂ ਸਿੱਖ ਧਰਮ ਦੇ ਵਿੱਚ ਜਦੋਂ ਲੰਗਰ ਪ੍ਰਥਾ ਨੂੰ ਦੇਖਿਆ ਜਾਂਦਾ ਆ ਤਾਂ ਸਭ ਤੋਂ ਉੱਚੀ ਇਸ ਨੂੰ ਪ੍ਰਥਾ ਮੰਨਿਆ ਜਾਂਦਾ ਹੈ ਕਿ ਬਿਨਾਂ ਕਿਸੇ ਦੇ ਜਾਤ ਪਾਤ ਦਾ ਭੇਦਭਾਵ ਕੀਤੇ ਹੋਏ ਸਾਰੇ ਇੱਕ ਪੰਗਤ 'ਚ ਬੈਠਦੇ ਨੇ ਤੇ ਲੰਗਰ ਛਕਦੇ ਨੇ। ਤੇ ਇਸੇ ਹੀ ਫਲਸਫੇ ਦੇ ਅੱਗੇ ਚੱਲਦੇ ਹੋਏ ਸਿੱਖਾਂ ਵੱਲੋਂ ਵੱਖ-ਵੱਖ ਥਾਵਾਂ ਤੇ, ਅਜਿਹੀਆਂ ਥਾਵਾਂ ਤੇ ਜਾ ਕੇ ਵੀ ਲੰਗਰ ਲਾਏ ਗਏ, ਲੋਕਾਂ ਦੀ ਸਹਾਇਤਾ ਕੀਤੀ ਗਈ ਜਿੱਥੇ ਸ਼ਾਇਦ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਪਰ ਮੌਜੂਦਾ ਹਾਲਾਤ ਅਜਿਹੇ ਬਣੇ ਨੇ ਕਿ ਭਾਈ ਅੰਮ੍ਰਿਤਪਾਲ ਸਿੰਘ ਇੱਕ ਬਿਆਨ ਦਿੰਦੇ ਨੇ ਕਿ ਵਿਦੇਸ਼ਾਂ ਵਿੱਚ ਜਾ ਕੇ ਲੰਗਰ ਲਾਏ ਜਾ ਰਹੇ ਨੇ, ਜਦ ਕਿ ਪੰਜਾਬ ਦੇ ਵਿੱਚ ਖੁਦ ਸਿੱਖਾਂ ਦੇ ਬੱਚੇ ਜਾਂ ਸਿੱਖ ਜਿਹੜੇ ਗੁਰਬਤ ਦੀ ਜ਼ਿੰਦਗੀ ਜਿਉ ਰਹੇ ਨੇ। ਇਸ ਵਕਤ ਮੇਰੇ ਨਾਲ ਖਾਲਸਾ ਏਡ ਦੇ ਆਪਰੇਸ਼ਨ ਹੈੱਡ ਭਾਈ ਗੁਰਪ੍ਰੀਤ ਸਿੰਘ ਜੁੜੇ ਨੇ। ਭਾਈ ਸਾਹਿਬ, ਬਹੁਤ ਬਹੁਤ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਸਾਹਿਬ ਜੀ, ਪਹਿਲਾਂ ਤਾਂ ਜਦੋਂ ਅਸੀਂ ਸਿੱਖੀ ਦੇ ਫਲਸਫੇ ਦੀ ਗੱਲ ਕਰਦੇ ਹਾਂ ਜਾਂ ਅਸੀਂ ਸਾਰਿਆਂ ਦੀ ਇੱਕ ਨਜ਼ਰ ਨਾਲ ਦੇਖਣ ਦੇ ਫਲਸਫੇ ਦੀ ਗੱਲ ਕਰਦੇ ਹਾਂ ਤਾਂ ਖਾਲਸਾ ਏਡ ਜਿਸ ਤਰੀਕੇ ਦੇ ਨਾਲ ਕੰਮ ਕਰ ਰਹੀ ਹੈ ਸਾਰੇ ਉਹਦੀ ਸ਼ਲਾਘਾ ਕਰਦੇ ਨੇ। ਪਰ ਮੌਜੂਦਾ ਹਾਲਾਤ ਜੋ ਇੱਕ ਬਿਆਨ ਅਸੀਂ ਕਹਿ ਸਕਦੇ ਹਾਂ ਦਿੱਤਾ ਗਿਆ ਅੰਮ੍ਰਿਤਪਾਲ ਸਿੰਘ ਵੱਲੋਂ, ਉਸ ਬਿਆਨ ਨੂੰ ਕਿਵੇਂ ਦੇਖਦੇ ਹੋ ਕਿ ਪੰਜਾਬ ਅੰਦਰ ਕੰਮ ਨਹੀਂ ਕੀਤਾ ਜਾ ਰਿਹਾ, ਵਿਦੇਸ਼ਾਂ ਵਿੱਚ ਕੰਮ ਹੋ ਰਿਹਾ ਆ? ਦੇਖੋ ਜੀ, ਜਿਹੜੀ ਇਸ ਬਿਆਨ ਦੀ ਆਪਾਂ ਗੱਲ ਕਰਦੇ ਹਾਂ ਉਹਦੇ ਤੇ ਅਸੀਂ ਕਿਸੇ ਪ੍ਰਕਾਰ ਦੀ ਟਿੱਪਣੀ ਨਹੀਂ ਜਿਹੜੀ ਕਰਨੀ ਚਾਹੁੰਦੇ। ਹਰ ਇੱਕ ਵਿਅਕਤੀ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਦਾ ਜਿਹੜੀ ਖੁੱਲ੍ਹ ਹੈਗੀ ਆ ਤੇ ਹਰ ਇੱਕ ਵਿਅਕਤੀ ਆਪਣੇ ਢੰਗ ਨਾਲ ਜਿਹੜਾ ਵਿਚਾਰ ਨੇ ਜਿਹੜੇ ਆਪਣੇ ਸਾਂਝੇ ਕਰਦੇ ਨੇ। ਗੱਲ ਹੈਗੀ ਹੈ ਜਿਹੜੀ ਲੰਗਰ ਦੀ, ਉਹਦੇ ਬਾਰੇ ਅਸੀਂ ਜ਼ਰੂਰ ਗੱਲ ਕਰਨਾ ਚਾਹੁੰਦੇ ਹਾਂ ਕਿ ਜਿਹੜਾ ਇਹ ਲੰਗਰ ਹੈ ਇਹ ਖਾਲਸਾ ਏਡ ਦਾ ਜਾਂ ਕਿਸੇ ਸੰਸਥਾ ਦਾ ਨਹੀਂ ਹੈ। ਇਹ ਲੰਗਰ ਗੁਰੂ ਸਾਹਿਬ ਵੱਲੋਂ ਬਖਸ਼ਿਆ ਤੇ ਜਿਹੜਾ ਇਹਦਾ ਫਲਸਫਾ ਲੰਗਰ ਦਾ ਜਿਹੜਾ ਸਿਧਾਂਤ ਹੈ ਉਹ ਲੋੜਵੰਦ ਨੂੰ ਛਕਾਉਣ ਦਾ। ਤੇ ਜਿੱਥੇ ਕਿਤੇ ਲੋੜ ਮਹਿਸੂਸ ਹੁੰਦੀ ਹੈ, ਜਿੱਥੇ ਕਿਤੇ ਲੋੜ ਇਹਦੀ ਪੈਂਦੀ ਹੈ ਤੇ ਗੁਰੂ ਸਾਹਿਬ ਦਾ ਲੰਗਰ ਅਰਦਾਸ ਕਰਕੇ ਉੱਥੇ ਜਿਹੜਾ ਵਰਤਾਇਆ ਜਾਂਦਾ ਹੈ, ਭਾਵੇਂ ਉਹ ਪੰਜਾਬ ਹੈ ਭਾਵੇਂ ਪੰਜਾਬ ਤੋਂ ਬਾਹਰ ਹੈ, ਜਿੱਥੇ ਕਿਤੇ ਵੀ ਵੱਸਦਾ ਹੈ ਉਹ ਗੁਰੂ ਸਾਹਿਬ ਦੇ ਨਾਮ ਤੇ ਚੱਲਦਾ ਹੈ ਤੇ ਗੁਰੂ ਸਾਹਿਬ ਦੇ ਫਲਸਫੇ ਦੇ ਉੱਤੇ ਹੀ ਚੱਲਦਾ ਹੈ। ਬਿਲਕੁਲ। ਪਰ ਗੁਰਪ੍ਰੀਤ ਜੀ, ਜਿਸ ਤਰੀਕੇ ਦੇ ਨਾਲ ਸਵਾਲ ਅਸੀਂ ਕਹਿ ਦਈਏ ਕਿ ਖਾਲਸਾ ਏਡ ਤੇ ਲਗਾਤਾਰ ਉੱਠੇ, ਜਦੋਂ ਕਰੋਨਾ ਦਾ ਸਮਾਂ ਸੀ ਤਾਂ ਕੁਝ ਉਦੋਂ ਵੀ ਕਸ਼ਮੀਰੀ ਵਿਦਿਆਰਥੀਆਂ ਤੱਕ ਵੀ ਪਹੁੰਚ ਕੀਤੀ ਗਈ ਖਾਲਸਾ ਏਡ ਵੱਲੋਂ, ਕਸ਼ਮੀਰੀ ਵਿਦਿਆਰਥੀਆਂ ਦੀ ਸਹਾਇਤਾ ਕੀਤੀ ਗਈ, ਤਾਂ ਉਦੋਂ ਵੀ ਖਾਲਸਾ ਏਡ ਨੂੰ ਸਵਾਲਾਂ ਦੇ ਘੇਰੇ 'ਚ ਲਿਆ ਗਿਆ। ਸਿਰਫ ਖਾਲਸਾ ਏਡ ਨਹੀਂ, ਹਾਲਾਂਕਿ ਹੋਰ ਵੀ ਬਹੁਤ ਸਾਰੀ ਸੰਸਥਾਵਾਂ ਨੇ, ਉਹਨਾਂ ਨੂੰ ਸਵਾਲਾਂ ਦੇ ਘੇਰੇ 'ਚ ਲਿਆ ਗਿਆ, ਪਰ ਖਾਲਸਾ ਏਡ ਦਾ ਨਾਮ ਮੋਹਰੀ ਹੋ ਜਾਂਦਾ ਆ। ਹੋਰ ਵੀ ਜਦੋਂ ਤੁਸੀਂ ਸਰਹੱਦੀ ਇਲਾਕਿਆਂ 'ਚ ਕਿਤੇ ਨਾ ਕਿਤੇ ਕੰਮ ਕਰਦੇ ਹੋ ਤਾਂ ਖਾਲਸਾ ਏਡ ਦਾ ਲਿੰਕ ਹੈ ਜੋ ਕਿਤੇ ਨਾ ਕਿਤੇ ਇਸ ਤਰੀਕੇ ਨਾਲ ਜੋੜਿਆ ਜਾਂਦਾ ਹੈ ਜੋ ਸਵਾਲਾਂ ਦੇ ਘੇਰੇ 'ਚ। ਜਿਹੜੇ ਸਵਾਲ ਉੱਠਦੇ ਨੇ ਉਹ ਵੀ ਇਸੇ ਹੀ ਫਲਸਫੇ ਦੇ ਚੱਲਦੇ ਹੋਏ, ਉਹਨਾਂ ਨੂੰ ਕਿਵੇਂ ਦੇਖਦੇ ਹੋ ਸਰ?
ਦੇਖੋ, ਚਾਹੇ ਕਰੋਨਾ ਵੇਲੇ ਦੀ ਗੱਲ ਹੈ ਜੀ, ਚਾਹੇ ਕਿਸੇ ਹੋਰ ਵੇਲੇ ਦੀ ਗੱਲ ਹੈ ਹਨਾ, ਜਿਹੜੇ ਕਾਰਜ ਆਪਣੇ ਚੱਲਦੇ ਨੇ, ਸੇਵਾ ਕਾਰਜ ਚੱਲਦੇ ਨੇ, ਉਹਨਾਂ ਬਾਬਤ ਨਾ ਕਈ ਵਾਰ ਇਸ ਤਰੀਕੇ ਦਾ ਸਵਾਲ ਆਉਂਦਾ ਹੈ, ਜਿਹੜੀ ਖੁੱਲ ਕੇ ਆਪਾਂ ਗੱਲ ਕਰਦੇ ਹਾਂ ਕਿ ਜੀ ਉਹ ਸੇਵਾ ਕਾਰਜ ਪਹਿਲ ਦੇ ਆਧਾਰ ਤੇ ਪਹਿਲਾਂ ਪੰਜਾਬ 'ਚ ਹੋਣੇ ਚਾਹੀਦੇ ਨੇ ਤੇ ਪੰਜਾਬ ਤੋਂ ਬਾਹਰ ਕਿਤੇ ਫੇਰ ਹੋਣੇ ਚਾਹੀਦੇ ਨੇ। ਹੁਣ ਬਹੁਤ ਗਿਣਤੀ 'ਚ ਜਿਹੜਾ ਲੰਗਰ ਦੇ ਸੰਬੰਧ ਦੇ ਨਾਲ ਉੱਠਦਾ, ਚਾਹੇ ਕਰੋਨਾ ਕਾਲ ਦੇ ਵਿੱਚ ਸੀਗਾ, ਚਾਹੇ ਉਹ ਕਸ਼ਮੀਰੀ ਵਿਦਿਆਰਥੀ ਨੇ, ਚਾਹੇ ਕਰੋਨਾ ਕਾਲ ਦੇ ਵਿੱਚ ਪੰਜਾਬ ਦੇ ਵਿੱਚ, ਚਾਹੇ ਪੰਜਾਬ ਤੋਂ ਬਾਹਰ ਹੈ, ਲੰਗਰ ਬਹੁਤ ਥਾਵਾਂ ਤੇ ਵਰਤਾਇਆ ਗਿਆ, ਲੰਗਰ ਪਕਾ ਕੇ ਵੀ ਵਰਤਾਇਆ ਗਿਆ, ਲੰਗਰ ਸੁੱਕੀ ਦਰਸ਼ ਦੇ ਤੌਰ ਤੇ ਵੀ ਵਰਤਾਇਆ ਗਿਆ ਹਨਾ। ਚਾਹੇ ਸਵਾਲ ਉਹਨਾਂ ਦਿਨਾਂ ਦੇ ਵਿੱਚ ਆਏ, ਹੁਣ ਉਹ ਜਿਨ੍ਹਾਂ ਨੂੰ ਸਿਰਫ ਇਸ ਚੀਜ਼ ਦਾ ਭੁਲੇਖਾ ਰਹਿੰਦਾ ਕਿ ਸ਼ਾਇਦ ਪੰਜਾਬ 'ਚ ਸੇਵਾ ਕਾਰਜ ਨਹੀਂ ਚੱਲਦੇ ਜਾਂ ਪੰਜਾਬ ਤੋਂ ਬਾਹਰ ਚੱਲਦੇ ਨੇ, ਉਹਨਾਂ ਵੱਲੋਂ ਇਹੋ ਜਿਹੇ ਜਿਹੜੇ ਸਵਾਲ ਮਨਾਂ 'ਚ ਉਹਨਾਂ ਦੇ ਆਉਂਦੇ ਨੇ, ਜਾਂ ਕਿਤੇ ਨਾ ਕਿਤੇ ਇਹ ਗੱਲਾਂ ਆਪਸ ਕੀਤੀਆਂ ਜਾਂਦੀਆਂ ਨੇ ਕਿ ਜਿਹੜੇ ਸੇਵਾ ਕਾਰਜ ਇੱਥੇ ਪਹਿਲਾਂ ਹੋਣੇ ਚਾਹੀਦੇ ਆ, ਬਾਹਰ ਕਿਉਂ ਨਹੀਂ ਹੋਏ ਹਨਾ। ਜਿਵੇਂ ਹੁਣ ਮੈਂ ਪਹਿਲਾਂ ਗੱਲ ਕਰੀ ਵੀ ਜੇ ਲੰਗਰ ਦੀ ਗੱਲ ਹੈ, ਲੰਗਰ ਤਾਂ ਗੁਰੂ ਸਾਹਿਬ ਦਾ ਬਖਸ਼ਿਆ ਹੋਇਆ ਤੇ ਲੰਗਰ ਲੋੜਵੰਦ ਲਈ ਬਖਸ਼ਿਆ ਹੋਇਆ, ਸੋ ਜਿੱਥੇ ਲੋੜ ਹੁੰਦੀ ਹੈ ਉੱਥੇ ਲੰਗਰ ਚੱਲਦਾ। ਫਿਰ ਜੇ ਪੰਜਾਬ 'ਚ ਜਦੋਂ ਲੋੜ ਹੁੰਦੀ ਹੈ ਤਾਂ ਪੰਜਾਬ 'ਚ ਵੀ ਚੱਲਦਾ ਜੀ, ਹਰ ਇੱਕ ਗੁਰੂ ਘਰ 'ਚ ਚੱਲ ਰਿਹਾ। ਭਾਰਤ 'ਚ ਕਿੰਨੇ ਗੁਰਦੁਆਰਾ ਸਾਹਿਬ ਨੇ, ਸਾਰੇ ਪਾਸੇ ਚੱਲ ਰਿਹਾ। ਹੁਣ ਉਹ ਇਕੱਲੇ ਪੰਜਾਬ 'ਚ ਹੀ ਨਹੀਂ ਹੈਗੇ, ਦੁਨੀਆ 'ਚ ਕਿਤੇ ਵੀ ਗੁਰੂ ਘਰ ਹੋਣ, ਹਰ ਇੱਕ ਜਗ੍ਹਾ ਤੇ ਚੱਲ ਰਿਹਾ। ਸੋ ਲੰਗਰ ਗੁਰੂ ਸਾਹਿਬ ਨੇ ਵੀ ਗੁਰੂ ਘਰ 'ਚ ਵੀ ਉਹਨਾਂ ਦੇ ਨਾਂ ਤੇ ਹੀ ਚੱਲ ਰਿਹਾ, ਤੇ ਬਾਹਰ ਹੈ ਉਹ ਵੀ ਉਹਨਾਂ ਦੇ ਨਾਂ ਤੇ ਚੱਲ ਰਿਹਾ ਜੀ ਹਨਾ। ਜਿੱਥੇ ਲੋੜ ਮਹਿਸੂਸ ਹੁੰਦੀ ਹੈ ਕਿ ਉੱਥੇ ਚੱਲ ਰਿਹਾ। ਜਿਹੜੇ ਬੰਦੇ ਸਵਾਲ ਕਰਦੇ ਨੇ ਇਸ ਬਾਬਤ ਕਿ ਪੰਜਾਬ 'ਚ ਉਹ ਕਾਰਜ ਪਹਿਲਾਂ ਹੋਣੇ ਚਾਹੀਦੇ ਨੇ, ਪੰਜਾਬ ਦੇ ਵਿੱਚ ਵੀ ਸੇਵਾ ਕਾਰਜ ਖਾਲਸਾ ਏਡ ਦੇ ਜਿਹੜੇ ਨਿਰੰਤਰ ਚੱਲ ਰਹੇ ਨੇ ਤੇ ਬਹੁਤ ਸਾਲਾਂ ਤੋਂ ਚੱਲ ਰਹੇ ਨੇ। ਸਿਰਫ ਉਹਦੇ ਵਿੱਚ ਕਿਤੇ ਨਾ ਕਿਤੇ ਇਹ ਕਮੀ ਜ਼ਰੂਰ ਮਹਿਸੂਸ ਸਾਨੂੰ ਲੱਗਦੀ ਹੈ ਕਿ ਸੰਗਤ ਨੂੰ ਦੀ ਪੂਰੀ ਜਾਣਕਾਰੀ ਜਿਹੜੀ ਨਹੀਂ ਪਹੁੰਚ ਪਾਉਂਦੀ ਹੈਗੀ ਕਿ ਕਿਹੜੇ ਕਿਹੜੇ ਸੇਵਾ ਕਾਰਜ ਨੇ, ਕਿੰਨੀ ਕਿੰਨੀ ਦੇਰ ਤੋਂ ਚੱਲ ਰਹੇ ਨੇ। ਠੀਕ ਹੈ, ਗੁਰਪ੍ਰੀਤ ਜੀ ਥੋੜਾ ਜਿਹਾ ਵਿਸਥਾਰ ਨਾਲ ਤੁਸੀਂ ਸਾਨੂੰ ਦੱਸ ਸਕਦੇ ਹੋ ਵੀ ਕਿੱਥੇ ਕਿੱਥੇ ਤੁਹਾਡੇ ਕਾਰਜ ਚੱਲ ਰਹੇ ਨੇ ਹਜੇ ਪੰਜਾਬ 'ਚ ਜਿਹੜੇ? ਹਾਂਜੀ ਬਿਲਕੁਲ, ਦੇਖੋ ਪੰਜਾਬ ਦੇ ਸੇਵਾ ਕਾਰਜਾਂ ਦੀ ਜਿਹੜੀ ਗੱਲ ਕਰਦੇ ਹਾਂ ਜੀ, ਮੈਂ ਤੁਹਾਨੂੰ ਉਹਦੇ ਬਾਰੇ ਥੋੜੀ ਡਿਟੇਲ ਦਿੰਦਾ। ਪੰਜਾਬ ਦੇ ਵਿੱਚ ਜਿਹੜੇ ਵਿਸਥਾਰ 'ਚ ਸੇਵਾ ਕਾਰਜ ਨੇ 2010 ਤੋਂ ਸ਼ੁਰੂ ਹੋਏ ਹੋਏ ਨੇ ਜੀ। ਫੋਕਸ ਪੰਜਾਬ ਨਾਂ ਦਾ ਇੱਕ ਪ੍ਰੋਜੈਕਟ ਜਿਹੜਾ ਉਸ ਵੇਲੇ ਲਿਖਿਆ ਗਿਆ ਤੇ ਜਿਹੜਾ ਉਹਦੇ ਤੇ ਕੰਮ ਸ਼ੁਰੂ ਕੀਤਾ ਗਿਆ। ਉਹਦੇ 'ਚ ਕੀ ਸੀਗਾ ਕਿ ਜਿਹੜੇ ਪਰਿਵਾਰ ਸਨ 1984 ਦੇ ਸੰਬੰਧ ਰੱਖਦੇ ਨੇ ਉਹਦੇ ਨਾਲ, ਸ਼ਹੀਦ ਪਰਿਵਾਰਾਂ ਚੋਂ ਨੇ, ਉਹਨਾਂ ਪਰਿਵਾਰਾਂ ਦੀ ਸੰਭਾਲ ਦਾ ਕਾਰਜ ਜਿਹੜਾ ਸ਼ੁਰੂ ਕੀਤਾ ਗਿਆ ਸੀਗਾ ਤੇ ਹੁਣ ਵੀ ਚੱਲਦਾ ਹੈ। ਉਹਦੇ 'ਚ 300 ਪਰਿਵਾਰ ਸੀਗਾ ਜਿਹੜਾ ਹੁਣ ਕਰੀਬ 200 ਦੇ ਨੇੜੇ ਰਹਿ ਗਿਆ, ਕਿਉਂਕਿ ਇਹ ਪਰਿਵਾਰਾਂ ਦੇ ਵਿੱਚ ਜਿਹੜੇ ਬਜ਼ੁਰਗ ਨੇ ਚੜ੍ਹਾਈ ਕਰ ਚੁੱਕੇ ਨੇ। ਜਿਸ ਵੇਲੇ ਉਹ 300 ਪਰਿਵਾਰਾਂ ਦੀ ਸਾਂਭ ਸੰਭਾਲ ਦਾ ਸੇਵਾ ਕਾਰਜ ਜਿਹੜਾ ਖਾਲਸਾ ਵੱਲੋਂ ਸ਼ੁਰੂ ਕੀਤਾ ਗਿਆ, ਉਦੋਂ ਜਿਹੋ ਜਿਹਾ ਸੰਗਤ ਵੱਲੋਂ ਸਹਿਯੋਗ ਆਉਂਦਾ ਸੀ, ਜਿਹੋ ਜਿਹੀ ਸਮਰੱਥਾ ਸੀਗੀ, ਉਸ ਹਿਸਾਬ ਨਾਲ ਸੇਵਾ ਕਾਰਜ ਚੱਲੇ। ਸੋ ਪਹਿਲਾ ਉਹਦੇ ਵਿੱਚ ਉਹ ਸੀਗਾ। ਦੂਜਾ ਉਹਦੇ ਵਿੱਚ ਕੀ ਸੀਗਾ ਕਿ ਜਿਹੜੇ ਬੱਚਿਆਂ ਦੀ ਪੜ੍ਹਾਈ ਹੈ ਉਹ ਕਰਾਉਣ ਦਾ, ਤੇ ਤੀਜਾ ਉਹਦੇ ਵਿੱਚ ਸੀਗਾ ਕਿ ਜਿਹੜਾ ਮੈਡੀਕਲ ਦੇ ਪ੍ਰੋਜੈਕਟ ਹੁਣ ਪੰਜਾਬ 'ਚ ਚੱਲਦੇ ਨੇ, ਭਾਵੇਂ ਆਪਣਾ ਖਾਲਸਾ ਏਡ ਵੱਲੋਂ ਪੰਜਾਬ 'ਚ ਕਿਸੇ ਪ੍ਰਕਾਰ ਦਾ ਕੋਈ ਹਸਪਤਾਲ ਜਾਂ ਮੈਡੀਕਲ ਫੈਸਿਲਿਟੀ, ਪਰ ਉਸ ਦੇ ਬਾਵਜੂਦ ਵੀ ਉਹ ਜਿਹੜਾ ਚੱਲਦਾ ਹੈ। ਇਹ ਜਿਹੜੇ 3 ਕਾਰਜ ਸੀ ਤੇ ਚੌਥਾ ਸੀਗਾ ਕਿ ਲੋੜਵੰਦਾਂ ਦੇ ਮਕਾਨ ਬਣਾ ਕੇ ਜਿਹੜਾ ਜਾਂ ਰਿਪੇਅਰ ਕਰਾ ਕੇ ਦੇਣ ਦੀ ਸੇਵਾ ਸੀਗੀ। 3 ਜਾਂ 4 ਕਾਰਜ ਜਿਹੜੇ ਵੱਡੇ ਨੇ ਉਹ ਉਸ ਤੋਂ ਸਮੇਂ ਤੋਂ ਲੈ ਕੇ ਹੁਣ ਤੱਕ ਜਿਹੜੇ ਨਿਰੰਤਰ ਚੱਲ ਰਹੇ ਨੇ। ਤੇ ਉਸ ਤੋਂ ਇਲਾਵਾ ਜਿਹੜੇ ਕੋਈ ਡਿਜ਼ਾਸਟਰ ਵਾਹਿਗੁਰੂ ਨਾ ਕਰੇ ਕਿਤੇ ਆ ਜਾਂਦਾ, ਭਾਵੇਂ ਹੁਣ ਰੀਸੈਂਟਲੀ ਜਿਹੜਾ ਹੈਗਾ ਮੁਕਤਸਰ ਸਾਹਿਬ ਦੇ ਇਲਾਕੇ 'ਚ ਬਹੁਤ ਭਾਰੀ ਮੀਂਹ ਕਾਰਨ ਜਿਹੜਾ ਨੁਕਸਾਨ ਹੋਇਆ ਸੀਗਾ। ਹੁਣ ਇਹਨਾਂ ਦਿਨਾਂ 'ਚ ਜਿਵੇਂ ਆਪਾਂ ਗੱਲ ਕਰ ਰਹੇ ਹਾਂ, ਸਾਡੀਆਂ ਟੀਮਸ ਉੱਤੇ DAP ਵੰਡ ਰਹੀਆਂ ਸੀਗੀਆਂ ਤਾਂ ਕਿ ਕਣਕ ਦੀ ਬਿਜਾਈ ਵੇਲੇ ਸਿਰ ਹੋ ਸਕੇ। ਇਹੋ ਜਿਹੜੇ ਸੇਵਾ ਕਾਰਜ ਨੇ ਉਹ ਤਾਂ ਜਦੋਂ ਵੀ ਕਿਤੇ ਕੋਈ ਕੁਦਰਤੀ ਆਫਤ ਚਾਹੇ ਪੰਜਾਬ 'ਚ ਆਉਂਦੀ ਆ ਜਾਂ ਜਦੋਂ ਵੀ ਆਈ ਉਹ ਚੱਲਦੇ ਹੀ ਚੱਲਦੇ ਨੇ। ਪਰ ਉਸ ਤੋਂ ਇਲਾਵਾ ਜਿਹੜੇ ਉਲੀਕੇ ਹੋਏ ਕਾਰਜ ਨੇ ਉਹ ਨਿਰੰਤਰ ਚੱਲ ਰਹੇ ਨੇ। ਹੁਣ ਮੈਂ ਥੋੜੀ ਜਿਹੀ ਵਿਸਥਾਰ ਤੁਹਾਨੂੰ ਉਹਦੇ ਬਾਰੇ ਜਾਣਕਾਰੀ ਦੇਣੀ ਚਾਹੁੰਦਾ ਕਿ ਜਿਹੜੇ ਅਸੀਂ 200 ਪਰਿਵਾਰਾਂ ਦੀ ਗੱਲ ਕਰੀ ਨਾ, ਕਿ ਸਾਡੇ ਕੋਲੇ ਹਜੇ ਵੀ 200 ਪਰਿਵਾਰਾਂ ਦੀ ਜਿਹੜੀ ਸੇਵਾ ਸੰਭਾਲ ਦਾ ਕਾਰਜ ਚੱਲ ਰਿਹਾ ਹੈ ਸ਼ਹੀਦ ਪਰਿਵਾਰਾਂ ਦਾ, ਉਹਦੇ ਬਾਰੇ ਮੈਂ ਤੁਹਾਨੂੰ ਜਾਣਕਾਰੀ ਦੱਸ ਦਿੰਦਾ। ਉਹਦੇ 'ਚ ਕੀ ਹੁੰਦਾ ਕਿ ਜਿਹੜੇ ਬਜ਼ੁਰਗ ਨੇ, ਮਾਪੇ ਜਿਹੜੇ ਬਜ਼ੁਰਗ ਨੇ ਸਿੰਘਾਂ ਦੇ, ਉਹਨਾਂ ਦੀ ਜਿਹੜੀ ਪੈਨਸ਼ਨ ਇੱਕ ਲਈ ਜਾਂਦੀ ਹੈ। ਉਹ ਪੈਨਸ਼ਨ ਜਿਹੜੀ ਸਿਰਫ ਬਜ਼ੁਰਗਾਂ ਨੂੰ ਦਿੱਤੀ ਜਾਂਦੀ ਹੈ, ਪਰ ਉਸ ਪੈਨਸ਼ਨ ਤੋਂ ਇਲਾਵਾ ਵੀ ਉਹਨਾਂ ਪਰਿਵਾਰਾਂ ਦੀ ਮਦਦ ਹੁੰਦੀ ਹੈ। ਜੇ ਕਿਸੇ ਪਰਿਵਾਰ ਦੇ ਮਕਾਨ ਦੀ ਮੁਰੰਮਤ ਹੋਣ ਵਾਲੀ ਹੈ ਤਾਂ ਮੁਰੰਮਤ ਕਰਵਾਏਗੀ। ਜਿਹੜੇ ਪਰਿਵਾਰਾਂ ਦੇ ਮਕਾਨ ਨਵੇਂ ਸਿਰੇ ਤੋਂ ਬਣਨ ਵਾਲੇ ਸੀ, ਨਵੇਂ ਸਿਰੇ ਤੋਂ ਬਣਾਏ ਗਏ। ਵਾਹਿਗੁਰੂ ਨਾ ਕਰੇ ਕੋਈ ਪਰਿਵਾਰ 'ਚ ਢਿੱਲ ਮੱਠ ਹੋ ਜਾਂਦੀ ਹੈ ਤਾਂ ਉਹਨਾਂ ਦਾ ਜਿਹੜਾ ਇਲਾਜ ਦਾ ਖਰਚਾ ਉਹ ਵੀ ਖਾਲਸਾ ਏਡ ਵੱਲੋਂ ਕੀਤਾ ਜਾਂਦਾ ਹੈ। ਉਹਦੇ ਕਿੰਨੇ ਹੀ ਨਾਮ ਨੇ, ਪਰ ਉਹਨਾਂ ਦੇ ਇੱਕ ਮਾਣ ਸਤਿਕਾਰ ਨੂੰ ਮੁੱਖ ਰੱਖਦੇ ਹੋਏ ਬਹੁਤ ਵਾਰ ਅਸੀਂ ਉਹ ਨਾਮ ਜਨਤਕ ਨਹੀਂ ਕਰਦੇ ਹੈਗੇ। ਹੁਣ ਜਨਤਕ ਨਾ ਕਰਨ ਕਰਕੇ ਕਿਤੇ ਨਾ ਕਿਤੇ ਉਹ ਜਿਹੜਾ ਇੱਕ ਸੁਨੇਹਾ ਪੂਰਾ ਪਹੁੰਚ ਵੀ ਨਹੀਂ ਪਾਉਂਦਾ ਵੀ ਇੱਥੇ ਵੀ ਹੈਲਪ ਹੋਈ ਜਾਂ ਨਹੀਂ ਹੋਈ। ਕਈ ਵਾਰ ਉਹ ਇਨਫੋਰਮੇਸ਼ਨ ਜਿਹੜੀ ਮਿਸਿੰਗ ਰਹਿ ਜਾਂਦੀ ਹੈ। ਫਿਰ ਉਹਨਾਂ ਪਰਿਵਾਰਾਂ 'ਚ ਜਿਹੜੇ ਬੱਚੇ ਸੀ ਉਹਨਾਂ ਦੀ ਪੜ੍ਹਾਈ ਦਾ ਵੀ ਖਰਚਾ ਕਿੰਨੇ ਸਾਲਾਂ ਤੋਂ ਲੈ ਕੇ ਜਿਹੜਾ 12ਵੀਂ ਤੱਕ ਦਾ ਲਗਭਗ ਸਾਰੇ ਪਰਿਵਾਰਾਂ ਦੇ ਵਿੱਚ ਜਿਨ੍ਹਾਂ 'ਚ ਵੀ ਬੱਚੇ ਪੜ੍ਹਨ ਯੋਗ ਸੀਗੇ ਉਹਨਾਂ ਦੀ ਪੜ੍ਹਾਈ ਦਾ ਖਰਚਾ ਚੱਕਿਆ ਗਿਆ, ਜਿਹੜੇ ਵੀ ਉਹ ਸਕੂਲ 'ਚ ਪੜ੍ਹਦੇ ਸੀ, ਜਿੱਥੇ ਵੀ ਉਹ ਪੜ੍ਹਦੇ ਸੀਗੇ ਜੀ। ਸੋ ਉਹ ਇੱਕ ਕੰਟੀਨਿਊ ਚੱਲ ਰਿਹਾ ਸੇਵਾ ਕਾਰਜ। ਗੁਰਪ੍ਰੀਤ ਜੀ ਇੱਥੇ ਇੱਕ ਸਵਾਲ ਹੈ, ਜਿਸ ਤਰੀਕੇ ਨਾਲ ਤੁਸੀਂ ਸੇਵਾ ਕਾਰਜ ਗਿਣਾ ਰਹੇ ਹੋ, ਹਾਲਾਂਕਿ ਸਿੱਖਾਂ ਦੀ ਸੇਵਾ ਭਾਵਨਾ ਨੂੰ ਪੂਰੀ ਦੁਨੀਆ ਜਾਣਦੀ ਹੈ। ਚਾਹੇ ਅਸੀਂ ਉਹ ਬਹਾਦਰੀ ਵਾਲੇ ਜਜ਼ਬੇ ਦੀ ਗੱਲ ਕਰ ਲਈਏ, ਚਾਹੇ ਅਸੀਂ ਉਹ ਜਿਹੜੇ ਕਿ ਵਿਸ਼ਵ ਜੋ ਜੰਗਾਂ ਹੋਈਆਂ ਉਹਨਾਂ 'ਚ ਵੀ ਸਿੱਖਾਂ ਦਾ ਕਿਤੇ ਨਾ ਕਿਤੇ ਯੋਗਦਾਨ ਰਿਹਾ। ਫਿਰ ਚਾਹੇ ਅਸੀਂ ਦੇਸ਼ ਦੀ ਆਜ਼ਾਦੀ ਦੀ ਗੱਲ ਕਰ ਲਈਏ, ਉਹਦੇ ਵਿੱਚ ਵੀ ਸਿੱਖਾਂ ਦਾ ਯੋਗਦਾਨ ਰਿਹਾ। ਇਹ ਇੱਕ ਚਿਹਰਾ ਸਿੱਖਾਂ ਦਾ ਬਹਾਦਰੀ ਵਾਲਾ। ਉਹਦੇ ਨਾਲ ਜੋ ਸਿੱਖਾਂ ਦੀ ਸੇਵਾ ਭਾਵਨਾ ਦੀ ਗੱਲ ਕਰਦੇ ਹਾਂ ਤਾਂ ਕਰੋਨਾ ਦੌਰਾਨ ਉਹ ਚਿਹਰਾ ਦੇਖਣ ਨੂੰ ਮਿਲਿਆ ਬਖੂਬੀ, ਜਿਸ ਤਰੀਕੇ ਨਾਲ ਲੰਗਰ ਲਾਏ ਗਏ, ਖਾਸ ਤੌਰ ਤੇ ਆਕਸੀਜਨ ਦੇ ਲੰਗਰ ਲਾਏ ਗਏ। ਪਰ ਇਹਨਾਂ ਚੀਜ਼ਾਂ ਦੇ ਬਾਵਜੂਦ ਵੀ ਜਿਹੜੀ ਇੱਕ ਸਵਾਲ ਉੱਠਦਾ ਵਾਰ-ਵਾਰ
ਉਹ ਸਵਾਲ ਕਿਤੇ ਨਾ ਕਿਤੇ ਉਸ ਸੇਵਾ ਭਾਵਨਾ ਨੂੰ ਖਾਸ ਤੌਰ ਤੇ ਕਹਿ ਦਈਏ ਕਿ ਘੇਰੇ 'ਚ ਲੈਂਦਾ ਆ, ਜਾਂ ਫਿਰ ਉਹਨੂੰ ਬੈਕਫੁੱਟ ਤੇ ਲਿਜਾਣ ਦੀ ਜਿਹੜੀ ਕਿ ਅਸੀਂ ਕਹਿ ਨਹੀਂ ਸਕਦੇ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੇਖੋ ਜਿਹੜੇ ਕਾਰਜ ਨੇ ਆਪਣੇ, ਜੇ ਉਹਨਾਂ 'ਚ ਪਾਰਦਰਸ਼ਤਾ ਹੈਗੀ ਆ ਤਾਂ ਉਹ ਕਾਰਜ ਚੱਲਦੇ ਵੀ ਸੰਗਤ ਦੇ ਦਸਵੰਧ ਨਾਲ ਨੇ, ਤੇ ਉਹਨਾਂ ਦਾ ਫੈਸਲਾ ਵੀ ਜਿਹੜਾ ਸੰਗਤ ਨੇ ਕਰਨਾ ਹੈ। ਆਪਣੇ ਵੱਲੋਂ ਜਿਹੜੇ ਸੇਵਾ ਕਾਰਜ ਖਾਲਸੇ ਵੱਲੋਂ ਚੱਲਦੇ ਆ, ਅਸੀਂ ਅਕਾਲ ਪੁਰਖ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਕੇ ਸ਼ੁਰੂ ਕਰਦੇ ਆ, ਸਹਿਯੋਗ ਵੀ ਸੰਗਤ ਕਰਦੀ ਹੈ, ਤੇ ਉਹ ਜਿਹੜੇ ਕਾਰਜ ਹੁੰਦੇ ਨੇ ਉਹਦੇ ਲੋੜਵੰਦ ਵੀ ਤੱਕ ਵੀ ਮਦਦ ਜਿਹੜੀ ਪਹੁੰਚਦੀ ਹੈ, ਉਹ ਬਹੁਤ ਪਾਰਦਰਸ਼ਤਾ ਨਾਲ ਕੰਮ ਹੁੰਦਾ ਹੈ। ਜਿਹੜੇ ਸਪੋਰਟ ਕਰਦੇ ਨੇ ਉਹ ਸਵਾਲਾਂ ਦੇ ਬਾਵਜੂਦ ਵੀ ਜਿਹੜੀ ਸਪੋਰਟ ਕੰਟੀਨਿਊ ਚੱਲਦੀ ਰਹਿੰਦੀ ਹੈ। ਬੜੇ ਗੁਰਮੁਖ ਨੇ, ਨੌਨ ਸਿੱਖ ਨੇ, ਸਿੱਖ ਵੀ ਨੇ, ਹੋਰ ਧਰਮਾਂ ਦੇ ਜੁੜੇ ਹੋਏ ਲੋਕ ਵੀ ਨੇ ਜਿਹੜੇ ਆਪਣੀ ਦਸਵੰਧ ਦੀ ਕਿਰਤ ਦੇ ਵਿੱਚੋਂ ਆਪਣਾ ਦਸਵੰਧ ਦਿੰਦੇ ਨੇ। ਜੇ ਉਹ ਸਵਾਲ ਬਿਲਕੁਲ ਸਹੀ ਹੋਣ ਆਪਣੀ ਜਗ੍ਹਾ ਦੇ ਉੱਤੇ, ਤੇ ਜੇ ਖਾਲਸਾ ਏਡ ਵਾਕਈ ਕੰਮ ਨਾ ਕਰਦੀ ਹੋਵੇ ਤਾਂ ਜਿਹੜਾ ਸਹਿਯੋਗ ਆ ਬੰਦ ਹੋ ਜਾਵੇ ਜੀ। ਇਹ ਹੁਣ ਤੱਕ ਸੰਗਤ ਕਾਹਤੇ ਕਰਦੀ ਹੈ? ਸਵਾਲ ਚਲੋ ਕਰਨ ਵਾਲਾ ਆਪਣੇ ਕਿਸੇ ਨਾ ਕਿਸੇ ਮਨਸੂਬੇ ਨਾਲ ਕਰ ਸਕਦਾ, ਜਿਵੇਂ ਆਪਾਂ ਸ਼ੁਰੂ 'ਚ ਗੱਲ ਕਰੀਏ ਕਿ ਵਿਚਾਰ ਕੋਈ ਵੀ ਬੰਦਾ ਆਪਣੇ ਤਰੀਕੇ ਨਾਲ ਰੱਖ ਸਕਦਾ, ਉਹ ਵਿਚਾਰਾਂ ਦੀ ਖੁੱਲ੍ਹ ਹੈ ਆਪਣੇ ਵਿਚਾਰ ਪ੍ਰਗਟ ਕਰਨ ਦਾ। ਜਿੰਨੀ ਕੁ ਉਹਨਾਂ ਨੂੰ ਉਸ ਵਿਸ਼ੇ ਦੀ ਜਾਣਕਾਰੀ ਹੈ ਉਹ ਜਵਾਬ ਤੋਂ ਸਵਾਲ ਕਰ ਲੈਂਦੇ ਨੇ। ਹੁਣ ਉਹ ਕਿਸ ਮਨਸੂਬੇ ਨਾਲ ਕਰਦੇ ਨੇ ਇਸ ਦਾ ਫੈਸਲਾ ਵੀ ਸੰਗਤ ਕਰ ਲੈਂਦੀ ਹੈ। ਸੋ ਅਸੀਂ ਉਸ ਦੇ ਵਿੱਚ ਆਪਣਾ ਜ਼ਿਆਦਾ ਸਮਾਂ ਨਹੀਂ ਦਿੰਦੇ ਕਿ ਕਿਉਂ ਇਹੋ ਜਿਹੇ ਸਵਾਲ ਉਹ ਵਾਰ-ਵਾਰ ਕਰਦੇ ਨੇ। ਪਰ ਗੁਰਪ੍ਰੀਤ ਜੀ, ਸਵਾਲ ਕਰਨ ਵਾਲਾ ਅਸੀਂ ਕਹਿ ਦਈਏ ਕਿ ਉਹ ਨਹੀਂ ਹੈ ਜਿਹਨੂੰ ਸ਼ਾਇਦ ਸਿੱਖਾਂ ਦੀ ਭਾਵਨਾ ਦਾ ਨਹੀਂ ਪਤਾ, ਸੇਵਾ ਭਾਵਨਾ ਦਾ ਨਹੀਂ ਪਤਾ। ਐਤਕੀ ਸਵਾਲ ਤਾਂ ਖੁਦ ਪਰਿਵਾਰ 'ਚ ਹੀ ਉੱਠ ਰਿਹਾ ਆ। ਦੇਖੋ, ਉਹ ਜੇਕਰ ਮੈਂ ਤੁਹਾਨੂੰ ਹੋਰ ਵੀ ਜ਼ਿਕਰ ਕਰਿਆ ਸੀ ਇਹਦੇ ਵਿੱਚ, ਕਿ ਜਦੋਂ ਇਹ ਸਵਾਲ ਆਉਂਦੇ ਨੇ, ਇੱਕ ਸਵਾਲ ਉੱਠਣ ਦਾ ਕਾਰਨ ਇਹ ਵੀ ਬਣ ਜਾਂਦਾ ਕਿ ਬਹੁਤ ਵਾਰ ਤੱਕ ਉਹਨਾਂ ਤੱਕ ਪੂਰੀ ਜਾਣਕਾਰੀ ਨਹੀਂ ਪਹੁੰਚ ਪਾਉਂਦੀ ਕਿ ਕਾਰਜ ਹੋ ਵੀ ਰਹੇ ਨੇ ਕਿ ਨਹੀਂ ਹੋ ਰਹੇ ਨੇ, ਹਨਾ। ਤੇ ਇਹ ਵੀ ਇੱਕ ਬਹੁਤ ਵੱਡਾ ਕਾਰਨ ਬਣ ਜਾਂਦਾ। ਇਹ ਅਸੀਂ ਸ਼ੁਰੂ ਜ਼ਿਕਰ ਕਰਿਆ ਕਿ ਜਿੰਨੇ ਸੇਵਾ ਕਾਰਜ ਚੱਲਦੇ ਨੇ ਉਹਨਾਂ ਸੇਵਾ ਕਾਰਜਾਂ ਬਾਰੇ ਕਿਤੇ ਨਾ ਕਿਤੇ ਸਾਨੂੰ ਕਮੀ ਮਹਿਸੂਸ ਹੁੰਦੀ ਦਿਖ ਰਹੀ ਹੈ ਕਿ ਉਹ ਸੇਵਾ ਕਾਰਜਾਂ ਦੀ ਜਿਹੜੀ ਪੂਰੀ ਜਾਣਕਾਰੀ ਉਹ ਸੰਗਤ ਤੱਕ ਨਹੀਂ ਪਹੁੰਚ ਪਾਉਂਦੀ। ਠੀਕ ਹੈ। ਸੋ ਜੇ ਸਾਡੇ ਪਰਿਵਾਰ 'ਚੋਂ ਇਹ ਸਵਾਲ ਉੱਠ ਰਿਹਾ ਹੈ ਤਾਂ ਉਹਦਾ ਇੱਕ ਕਾਰਨ ਇਹ ਵੀ ਹੋ ਸਕਦਾ ਹੈ ਕਿ ਸਾਡੇ ਪਰਿਵਾਰ ਦੇ ਉਹਨਾਂ ਜੀਆਂ ਤੱਕ ਉਹ ਪੂਰੀ ਜਾਣਕਾਰੀ ਨਹੀਂ ਪਹੁੰਚੀ ਵੀ ਕਿਹੜੇ ਸੇਵਾ ਕਾਰਜ ਚੱਲਦੇ ਨੇ ਤੇ ਕਿਵੇਂ ਚੱਲਦੇ ਨੇ। ਸੋ ਅਸੀਂ ਜੇ ਜਾਣਕਾਰੀ ਨਹੀਂ ਪਹੁੰਚੂਗੀ ਤਾਂ ਸੁਭਾਵਿਕ ਹੈ ਸਵਾਲ। ਬਿਲਕੁਲ, ਪਰ ਜਾਣਕਾਰੀ ਜ਼ਰੂਰੀ ਹੈ ਨਾ। ਜਦੋਂ ਅਸੀਂ ਗੱਲ ਕਰਦੇ ਹਾਂ, ਕਿਉਂਕਿ ਅਸੀਂ 1920 'ਚ ਬਣੀ ਰੈੱਡ ਕਰਾਸ ਦੀ ਗੱਲ ਕਰ ਲਈਏ ਤਾਂ ਰੈੱਡ ਕਰਾਸ ਉੱਥੇ ਤੱਕ ਨਹੀਂ ਪਹੁੰਚ ਸਕੀ ਜਿਹੜੀ ਕਿ ਅਸੀਂ ਅੱਜ ਤੋਂ 100 ਸਾਲ ਪੁਰਾਣੀ ਇੱਕ ਸੰਸਥਾ ਦੀ ਗੱਲ ਕਰ ਲਈਏ। 1999 'ਚ ਖਾਲਸਾ ਏਡ ਬਣਦੀ ਹੈ। ਖਾਲਸਾ ਏਡ ਹਰ ਉਸ ਜਗ੍ਹਾ ਤੇ ਦਿਖਾਈ ਦਿੰਦੀ ਹੈ, ਹਰ ਉਸ ਜਗ੍ਹਾ ਤੇ ਸੇਵਾ ਭਾਵਨਾ ਨਾਲ ਜਾਂਦੀ ਹੋਈ ਨਜ਼ਰ ਆਉਂਦੀ ਹੈ ਜਿੱਥੇ 100 ਸਾਲ ਪੁਰਾਣੀਆਂ ਜਥੇਬੰਦੀਆਂ ਜਾਂ ਸੰਸਥਾਵਾਂ ਨਹੀਂ ਜਾ ਚੁੱਕੀਆਂ। ਤਾਂ ਕਿਤੇ ਨਾ ਕਿਤੇ ਜਿਹੜੇ ਸਵਾਲ ਉੱਠਦੇ ਨੇ ਉਹ ਕਿਤੇ ਨਾ ਕਿਤੇ ਤਾਂ ਵਾਜਿਬ ਅਸੀਂ ਕਹਿ ਸਕਦੇ ਹਾਂ, ਜਾਂ ਤੁਸੀਂ ਇਹ ਗੱਲ ਆਪ ਕਹਿ ਰਹੇ ਹੋ ਕਿ ਜਾਣਕਾਰੀ ਪੂਰੀ ਤਰ੍ਹਾਂ ਨਹੀਂ ਦਿੱਤੀ ਜਾ ਰਹੀ ਤਾਂ ਉਹ ਸਵਾਲ ਉੱਠਦੇ ਨੇ। ਦੇਖੋ, ਸਾਡੇ ਵੱਲੋਂ ਜਿਹੜੇ ਸੇਵਾ ਕਾਰਜ ਚੱਲਦੇ ਨੇ ਨਾ ਜੀ, ਉਹਨਾਂ ਦੀ ਜਿਹੜੀ ਬਹੁਤਾਤ ਦੀ ਜਾਣਕਾਰੀ ਹੈ ਉਹ ਸੋਸ਼ਲ ਮੀਡੀਆ ਚੈਨਲ ਰਾਹੀਂ ਸਾਂਝੀ ਜਿਹੜੀ ਹੁੰਦੀ ਹੈ ਜੀ। ਤੇ ਹੁਣ ਤੱਕ ਮੇਰੇ ਖਿਆਲ ਤੋਂ ਸਾਡੇ ਵੱਲੋਂ ਪਹਿਲੀ ਕੋਈ ਇਹੋ ਜਿਹੀ ਗੱਲਬਾਤ ਆਪ ਜੀ ਦੇ ਚੈਨਲ ਤੇ ਵੀ ਖੁੱਲ ਕੇ ਹੋ ਰਹੀ ਹੈ ਜਿੱਥੇ ਅਸੀਂ ਆਪਣੇ ਕਾਰਜਾਂ ਬਾਰੇ ਇਸ ਤਰੀਕੇ ਨਾਲ ਦੱਸ ਰਹੇ ਹਾਂ ਜੀ। ਸੰਗਤ ਤੱਕ ਜਾਣਕਾਰੀ ਜਿਹੜਾ ਪਹੁੰਚਣ ਦਾ ਇੱਕ ਮੀਡੀਆ ਇੱਕ ਜ਼ਰੀਆ ਹੁੰਦਾ। ਸੋ ਅਸੀਂ ਜਿਹੜੀ ਜਾਣਕਾਰੀ ਹੈ ਆਪਣਾ ਕਾਰਜ ਕਰਕੇ ਸੋਸ਼ਲ ਮੀਡੀਆ ਤੇ ਸਾਂਝਾ ਕਰ ਦਿੰਦੇ ਹਾਂ, ਤੇ ਮੀਡੀਆ ਵੱਲੋਂ ਬਹੁਤ ਸਹਿਯੋਗ ਹੁੰਦਾ ਹੈ ਕਿ ਸਮੇਂ-ਸਮੇਂ ਸਿਰ ਉਹਨੂੰ ਬਹੁਤ ਲੋਕਾਂ ਤੱਕ ਸਾਂਝਾ ਕਰਿਆ ਜਾਂਦਾ ਵੱਡੇ ਪਲੇਟਫਾਰਮ ਦੇ ਰਾਹੀਂ। ਸੋ ਸਾਡੇ ਵੱਲੋਂ ਉਸ ਚੀਜ਼ ਵੱਲ ਪਹਿਲਾਂ ਅਸੀਂ ਧਿਆਨ ਨਹੀਂ ਸੀ ਦਿੱਤਾ ਕਿ ਇਹਨੂੰ ਇਸ ਰੂਪ 'ਚ ਵੀ ਸੰਗਤ ਤੱਕ ਪਹੁੰਚਾਇਆ ਜਾਵੇ। ਜਿਵੇਂ ਕਾਰਜ ਚੱਲਦੇ ਸੀ ਉਹਨਾਂ ਕਾਰਜਾਂ ਨੂੰ ਜਿਹੜਾ ਸੋਸ਼ਲ ਮੀਡੀਆ ਤੇ ਪਾ ਦਿੱਤਾ ਗਿਆ ਕਿ ਇਸ ਲੋਕੇਸ਼ਨ ਤੇ ਕੰਮ ਹੋ ਰਿਹਾ ਹੈ ਤਾਂ ਇਸ ਜਗ੍ਹਾ ਦੇ ਉੱਤੇ ਇਹ ਕਾਰਜ ਹੋਏ ਨੇ। ਉਸ ਇਲਾਕੇ ਦੀ ਜਿਹੜੀ ਸੰਗਤ ਹੈ ਉਸ ਤੋਂ ਇਸ ਚੀਜ਼ ਤਸਦੀਕ ਕੀਤੀ ਜਾ ਸਕਦੀ ਹੈ ਕਿ ਵਾਕਈ ਕਾਰਜ ਹੋਇਆ ਕਿ ਨਹੀਂ ਹੋਇਆ। ਤੁਸੀਂ ਦੇਖੋਗੇ ਕਿ ਜਿੱਥੇ ਵੀ ਸੇਵਾ ਕਾਰਜ ਚੱਲਦੇ ਨੇ ਉਸ ਥਾਂ ਦਾ ਨਾਂ ਜ਼ਰੂਰ ਲਿਖਿਆ ਹੁੰਦਾ ਕਿ ਜੇ ਕਿਸੇ ਨੂੰ ਇਸ ਕਾਰਜ ਪ੍ਰਤੀ, ਉਹਨਾਂ ਕਾਰਜਾਂ ਪ੍ਰਤੀ ਕੋਈ ਮਨ 'ਚ ਸ਼ੰਕਾ ਹੋਵੇ ਜਾਂ ਉਹ ਜਾਣਨਾ ਚਾਹੁੰਦੇ ਨੇ ਕਿ ਕੁਆਲਿਟੀ ਕਿਹੋ ਜਿਹੀ ਆ, ਵਾਕਈ ਕੰਮ ਹੁੰਦਾ ਕਿ ਨਹੀਂ ਹੁੰਦਾ, ਤਾਂ ਉਹ ਸਾਡੇ ਨਾਲ ਗੱਲ ਭਾਵੇਂ ਕਰਨ ਨਾ ਕਰਨ, ਪਰ ਉਸ ਇਲਾਕੇ ਦੀ ਸੰਗਤ, ਉਸ ਇਲਾਕੇ ਦੇ ਜਿਹੜੇ ਲੋਕ ਨੇ ਜਿਨ੍ਹਾਂ ਨੂੰ ਬੈਨੀਫਿਟ ਹੋਇਆ ਉਸ ਚੀਜ਼ ਦਾ, ਉਹਨਾਂ ਨੂੰ ਜਾ ਕੇ ਵਿਚਰ ਕੇ ਗੱਲ ਕਰਕੇ ਦੇਖ ਸਕਦੇ ਨੇ ਕਿ ਕੀ ਹਾਂ ਕੋਈ ਫਾਇਦਾ ਹੋਇਆ ਜਾਂ ਨਹੀਂ ਹੋਇਆ, ਹਨਾ। ਸੋ ਸਗੋਂ ਉੱਥੋਂ ਢੁਕਵਾਂ ਜਿਹੜਾ ਜਵਾਬ ਉਹਨਾਂ ਨੂੰ ਉਸ ਚੀਜ਼ ਦਾ ਮਿਲ ਸਕਦਾ ਹੈ, ਉਸ ਆਪਣੇ ਨਿਰਪੱਖ ਤੌਰ ਤੇ ਸੰਗਤ ਉਹਨਾਂ ਨੂੰ ਦੱਸ ਸਕਦੀ ਹੈ। ਸੋ ਸਾਡੇ ਵੱਲੋਂ ਇਹੀ ਲੱਗਦਾ ਕਿ ਜਿਹੜੀ ਜਾਣਕਾਰੀ ਅਸੀਂ ਸੋਸ਼ਲ ਮੀਡੀਆ ਰਾਹੀਂ ਸਿਰਫ ਸਾਂਝੀ ਕਰਦੇ ਰਹੇ ਤਾਂ ਹੋ ਸਕਦਾ ਬਹੁਤ ਲੋਕਾਂ ਤੱਕ ਉਹ ਨਾ ਪਹੁੰਚੀ ਹੋਵੇ, ਤਾਂ ਇਹ ਵੀ ਕਾਰਨ ਹੈਗਾ। ਅੱਛਾ, ਇੱਕ ਚੀਜ਼ ਦੱਸੋ ਗੁਰਪ੍ਰੀਤ ਜੀ, ਤੁਸੀਂ ਹੈੱਡ ਆਪਰੇਸ਼ਨ ਹੋ, ਤੁਸੀਂ ਜਗ੍ਹਾ ਜਗ੍ਹਾ ਜਿੰਨੇ ਵੀ ਆਪਰੇਸ਼ਨ ਹੁੰਦੇ ਆ ਤੁਸੀਂ ਮਿਲਦੇ ਹੋ। ਜਿਸ ਤਰੀਕੇ ਦੇ ਸਵਾਲ ਅੱਜ ਪੰਜਾਬ 'ਚੋਂ ਉੱਠ ਰਹੇ ਨੇ, ਜਿਸ ਤਰੀਕੇ ਦੀ ਬਿਆਨਬਾਜ਼ੀਆਂ ਅੱਜ ਪੰਜਾਬ 'ਚੋਂ ਉੱਠ ਰਹੀਆਂ ਨੇ ਜਾਂ ਵਿਦੇਸ਼ਾਂ ਵਿੱਚੋਂ ਹੋਰਨਾਂ ਥਾਵਾਂ ਤੋਂ ਉੱਠਦੀਆਂ ਨੇ, ਚਾਹੇ ਉਹ ਵੱਖਰੀ ਸਟੇਟ ਦਾ ਮਸਲਾ ਹੋਵੇ, ਚਾਹੇ ਉਹ ਵੱਖਰੀ ਅਸੀਂ ਕਹਿ ਦਈਏ ਕਿ ਸਿੱਖ ਵੱਖਰੀ ਪਹਿਚਾਣ ਦੇ ਮਸਲੇ ਨੂੰ ਲੈ ਕੇ ਲੜਾਈ ਲੜਦੇ ਨਜ਼ਰ ਆਉਂਦਾ ਆ, ਕਿ ਉਹਦਾ ਅਸਰ ਜਾਂ ਉਸ ਮੰਗ ਦੀ ਪ੍ਰੋੜਤਾ ਬਾਕੀ ਲੋਕ ਕਰਦੇ ਨਜ਼ਰ ਆਉਂਦੇ ਨੇ। ਦੇਖੋ, ਇਹ ਜਿਹੜਾ ਮੈਂ ਇਸ ਪੂਰੇ ਕਨਸੈਪਟ ਨਾਲ ਤਾਂ ਕਹਿ ਰਿਹਾ ਕਿ ਤੁਹਾਡੇ ਤੇ ਸਵਾਲ ਵੀ ਉੱਠ ਰਹੇ ਨੇ। ਕਿਤੇ ਨਾ ਕਿਤੇ ਖਾਲਸਾ ਏਡ ਨੂੰ ਸਿੱਖੀ ਦਾ ਚਿਹਰਾ ਵੇਖਿਆ ਜਾਂਦਾ, ਸਿੱਖੀ ਦੇ ਚਿਹਰੇ ਵਿੱਚ ਖਾਲਸਾ ਏਡ ਦੇਖੀ ਜਾਂਦੀ ਹੈ।
ਅਸੀਂ ਤੁਹਾਨੂੰ ਭਾਵੇਂ ਸਮਝਦੇ ਹਾਂ ਵੀ ਜੇ ਗੁਰਸੰਗਤ ਇਸ ਰੂਪ ਚ ਖਾਲਸਾ ਏਡ ਦੇ ਸੇਵਾ ਕਾਰਜਾਂ ਨੂੰ ਜਿਹੜਾ ਦੇਖਦੀ ਹੈ ਜਾਂ ਖਾਲਸਾ ਏਡ ਸੰਸਥਾ ਨੂੰ ਦੇਖਦੀ ਹੈ ਕਿ ਅਸੀਂ ਸਿੱਖੀ ਨੂੰ ਰਿਪਰੈਜ਼ੈਂਟ ਕਰ ਰਹੇ ਹਾਂ, ਤਾਂ ਅਸੀਂ ਅਕਾਲ ਪੁਰਖ ਦਾ ਵੀ ਸ਼ੁਕਰ ਕਰਦੇ ਹਾਂ ਉਸ ਚੀਜ਼ ਦੇ ਵਿੱਚ। ਦੇਖੋ ਜਿਹੜੀ ਗੱਲ ਹੈਗੀ ਆ ਇਸ ਸਵਾਲਾਂ ਦੀ ਵੀ ਇਸ ਤਰੀਕੇ ਦੀ ਲੋਕਾਂ ਦੀ ਮੰਗ ਹੈ ਜਾਂ ਸਵਾਲ ਹੈ, ਅਸੀਂ ਭਾਵੇਂ ਉਸ ਚੀਜ਼ ਦੇ ਵਿੱਚ ਖੁੱਲ ਕੇ ਕਿਸੇ ਤਰੀਕੇ ਦੀ ਟੀਕਾ ਟਿੱਪਣੀ ਨਹੀਂ ਕਰਦੇ, ਕਿਉਂਕਿ ਜਿੱਥੇ ਵੀ ਕਾਰਜ ਨੇ ਆਪਣੇ ਸਰਬੱਤ ਦੇ ਭਲੇ ਜੀ ਜਿੱਥੇ ਵੀ ਹੋ ਰਹੇ ਨੇ ਉਹ ਸਰਬੱਤ ਦੇ ਭਲੇ ਲਈ ਚੱਲ ਰਹੇ ਨੇ, ਭਾਵੇਂ ਉਹ ਪੰਜਾਬ ਆ, ਭਾਵੇਂ ਪੰਜਾਬ ਤੋਂ ਬਾਹਰ ਦੇ ਕਿਸੇ ਸੂਬਿਆਂ ਦੇ ਵਿੱਚ ਨੇ, ਜਿਹੜਾ ਸਰਬੱਤ ਦੇ ਭਲੇ ਦਾ ਇੱਕ ਫਲਸਫਾ ਉਸ ਦੇ ਉੱਤੇ ਆਪਾਂ ਜਿਹੜੇ ਸੇਵਾ ਕਾਰਜ ਕਰ ਰਹੇ ਹਾਂ, ਤੇ ਪਰ ਇਹਦੇ ਉੱਤੇ ਅਸੀਂ ਕੋਈ ਹੋਰ ਟੀਕਾ ਟਿੱਪਣੀ ਨਹੀਂ ਦੇਣਾ ਚਾਹੁੰਦੇ ਹੈਗੇ। ਠੀਕ ਹੈ, ਪਰ ਗੁਰਪ੍ਰੀਤ ਜੀ ਜਿਸ ਤਰੀਕੇ ਨਾਲ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਸਵਾਲ ਹੁਣ ਆਪਣੇ ਘਰਾਂ 'ਚ ਉੱਠਣੇ ਸ਼ੁਰੂ ਹੋ ਚੁੱਕੇ ਨੇ। ਪਹਿਲਾਂ ਸਵਾਲ ਗੁਆਂਢੀ ਦੇ ਘਰ ਤੋਂ ਆਉਂਦਾ ਸੀ ਤਾਂ ਉਹ ਕਿਤੇ ਨਾ ਕਿਤੇ ਉਸ ਨੂੰ ਖੁਦ ਇੱਕ ਪਾਸੜ ਹੋ ਕੇ ਡਿਫੈਂਡ ਵੀ ਕੀਤਾ ਜਾਂਦਾ ਸੀ, ਲੇਕਿਨ ਜਦੋਂ ਹੁਣ ਆਪਣੇ ਘਰ 'ਚੋਂ ਸਵਾਲ ਉੱਠਦਾ ਆ ਤਾਂ ਕੀ ਲੱਗਦਾ ਸਵਾਲ ਉੱਠ ਕਿਉਂ ਰਿਹਾ ਆ? ਮੈਂ ਉਹੀ ਜਿਹੜੀ ਪਹਿਲਾਂ ਵੀ ਆਪਾਂ ਗੱਲ ਸਿਰਫ ਜੀ ਤੁਸੀਂ ਇਹ ਕਹਿੰਦੇ ਹੋ ਕਿ ਜਾਣਕਾਰੀ, ਸਿਰਫ ਜਾਣਕਾਰੀ ਨਹੀਂ ਦਿੱਤੀ ਜਾ ਰਹੀ, ਤਾਂ ਇੱਥੇ ਤੱਕ ਅਸੀਂ ਕਹਿ ਦਈਏ ਕਿ ਸਿਰਫ ਜਾਣਕਾਰੀ ਕਰਕੇ ਹੀ ਸਵਾਲ ਨਹੀਂ ਉੱਠ ਰਿਹਾ, ਜਦ ਕਿ ਜਿਹੜੀ ਇੱਕ ਗੱਲ ਕਹੀ ਜਾ ਰਹੀ ਹੈ ਕਿ ਤੁਸੀਂ ਖਾਲਸਾ ਏਡ ਜਾਂ ਅਸੀਂ ਕਹਿ ਦਈਏ ਕਿ ਸਿੱਖ ਜਥੇਬੰਦੀਆਂ ਜੋ ਕੰਮ ਕਰਦੀਆਂ ਨੇ ਉਹ ਅਸੀਂ ਕਹਿ ਦਈਏ ਕਿ ਮੁੜ ਵਸੇਬੇ ਵਾਲਾ ਕੰਮ ਹੋ ਜਾਂਦਾ। ਬਹੁਤ ਥਾਵਾਂ ਤੇ ਮੁੜ ਵਸੇਬਾ ਵੀ ਕਰਾਇਆ ਗਿਆ, ਬਹੁਤ ਥਾਵਾਂ ਦੇ ਦੁਬਾਰਾ ਜਿਹੜਾ ਕਿ ਅਸੀਂ ਕਹਿ ਦਈਏ ਬੂਟਾ ਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਪਰ ਉਦੋਂ ਅੱਗੇ ਭਵਿੱਖ ਤੱਕ ਦਾ ਸਫ਼ਰ ਤੈਅ ਕਰਨਾ ਵੀ ਜ਼ਰੂਰੀ ਬਣਦਾ ਆ। ਦੇਖੋ ਪਤਾ ਕੀ ਹੈ ਵੀਰੇ, ਜਿਹੜਾ ਸਾਡਾ ਖਿੱਤਾ ਹੈ ਸੇਵਾ ਕਾਰਜ ਦਾ ਉਹ ਕੀ ਸੀ ਜਾਂ ਕੀ ਹੈ, ਜਿੱਥੇ ਕਿਤੇ ਕੁਦਰਤੀ ਆਫਤਾਂ ਹੁੰਦੀਆਂ ਨੇ, ਕੁਦਰਤੀ ਆਫਤਾਂ ਦੇ ਵਿੱਚ ਲੋੜਵੰਦਾਂ ਦੀ ਮਦਦ ਕਰਨਾ ਹੈ। ਹੁਣ ਜੇ ਕੋਈ ਸੰਗਤ ਦੇ ਵਿੱਚੋਂ ਇਹ ਉਮੀਦ ਕਰੇ ਕਿ ਖਾਲਸਾ ਧਰਮ ਪ੍ਰਚਾਰ ਦਾ ਵੀ ਕੰਮ ਕਰੇ, ਤਾਂ ਉਹਦੇ ਲਈ ਅਸੀਂ ਮਾਫੀ ਚਾਹਾਂਗੇ ਕਿ ਉਹ ਸਾਡਾ ਖਿੱਤਾ ਨਹੀਂ ਹੈ। ਜਿਹੜੀਆਂ ਸਾਡੀਆਂ ਸਰਮੌਰ ਸੰਸਥਾਵਾਂ ਧਰਮ ਪ੍ਰਚਾਰ ਦਾ ਕਾਰਜ ਕਰ ਸਕਦੀਆਂ ਉਹ ਧਰਮ ਪ੍ਰਚਾਰ ਦਾ ਕਾਰਜ ਕਰਨ, ਪਰ ਜਿਹੜੇ ਕੋਈ ਸੰਸਥਾ ਗੱਲ ਕਰੇ ਕਿ ਅਸੀਂ ਇਕੱਲਾ ਮੈਡੀਕਲ ਦੇ ਸੈਕਟਰ 'ਚ ਹੀ ਕੰਮ ਕਰ ਲਈਏ, ਸਾਡੀ ਉਹਦੇ ਵਿੱਚ ਵੀ ਸਪੈਸ਼ਲਿਸਟ ਜਿਹੜੀ ਨਹੀਂ ਹੈਗੀ, ਅਸੀਂ ਸਪੈਸ਼ਲਾਈਜ਼ ਨਹੀਂ ਕਰਦੇ, ਸਾਡਾ ਖੇਤਰ ਜਿਹੜਾ ਹੈਗਾ ਉਹ ਡਾਕਟਰੀ ਮਾਹਿਰਾਂ ਦਾ ਨਹੀਂ ਹੈਗਾ, ਕੁਦਰਤੀ ਆਫਤਾਂ ਦੇ ਵਿੱਚ ਮਦਦ ਪਹੁੰਚਾਉਣ ਵਾਲਾ, ਪਰ ਪੰਜਾਬ ਦੀਆਂ ਅੱਜ ਦੀਆਂ ਲੋੜਾਂ ਨੂੰ ਸਮਝਦੇ ਹੋਏ ਜਿਹੋ ਜਿਹੀਆਂ ਲੋੜਾਂ ਨੇ ਉਹੋ ਜਿਹੀ ਸੇਵਾ ਕਾਰਜ ਕਰ ਰਹੇ ਹਾਂ। ਹੁਣ ਜਿਹੜੀ ਆਪਾਂ ਵਾਰ-ਵਾਰ ਸਵਾਲ ਦੀ ਗੱਲ ਕਰਦੇ ਹਾਂ ਜੀ, ਜਿਹੜੇ ਸਾਡੇ ਵੀਰਾਂ ਵੱਲੋਂ ਇਹ ਸਵਾਲ ਹੁੰਦਾ ਹੈ ਕਿ ਪਹਿਲ ਦੇ ਆਧਾਰ ਤੇ ਪਹਿਲਾਂ ਪੰਜਾਬ ਦਾ ਕਰਨ ਦੀ ਲੋੜ ਹੈ, ਸਾਨੂੰ ਪੰਜਾਬ ਤੋਂ ਬਾਹਰ ਫਿਰ ਕਰਨ ਦੀ ਲੋੜ ਹੈ। ਹੁਣ ਉਹ ਸਵਾਲ ਸਿੱਖੀ ਦੇ ਸਿਧਾਂਤ ਦੇ ਜਿਹੜਾ ਨਾਲ ਅਲਾਈਨ ਨਹੀਂ ਹੁੰਦਾ। ਸਿੱਖੀ ਦਾ ਜਿਹੜਾ ਸਿਧਾਂਤ ਹੈ ਉਹ ਲੋੜਵੰਦ ਦੀ ਮਦਦ ਕਰਨਾ ਹੈ, ਉੱਥੇ ਧਰਮ ਦੇਖ ਕੇ ਮਦਦ ਕਰਨ ਦੀ ਗੱਲ ਨਹੀਂ ਹੁੰਦੀ, ਉੱਥੇ ਕਿਸੇ ਦੀ ਬੋਲੀ ਜਾਂ ਜਾਤ ਜਾਂ ਰੰਗ ਦੇਖ ਕੇ ਮਦਦ ਕਰਨ ਦੀ ਗੱਲ ਨਹੀਂ ਹੁੰਦੀ, ਉੱਥੇ ਪਹਿਲਾਂ ਇੱਕ ਸੂਬੇ ਦੀ ਗੱਲ ਨਹੀਂ ਕਰਨ ਦੀ ਹੁੰਦੀ ਹੈਗੀ, ਉਹ ਸਰਬੱਤ ਦੇ ਭਲੇ ਦੀ ਗੱਲ ਹੈ। ਤੇ ਜਿੱਥੇ ਜਿਹੜੀ ਲੋੜ ਮਹਿਸੂਸ ਹੁੰਦੀ ਉੱਥੇ ਕਰਦੇ ਹਾਂ। ਹੁਣ ਆਪ ਜੀ ਨੇ ਸ਼ੁਰੂ 'ਚ ਇੱਕ ਗੱਲ ਕਰੀ ਹੈ ਕਿ ਸਿੱਖਾਂ ਦੀ ਜਿਹੜੀ ਸੇਵਾ ਦੀ ਭਾਵਨਾ ਹੈ, ਜਦੋਂ ਕੋਵਿਡ ਦਾ ਸਮਾਂ ਚੱਲਿਆ ਉਹ ਪੂਰੀ ਦੁਨੀਆ ਦੇ ਵਿੱਚ ਉੱਭਰ ਕੇ ਆਈ ਹੈ। ਬਿਲਕੁਲ ਗੱਲ ਉੱਥੇ ਆਪਾਂ ਖਾਲਸਾ ਏਡ ਦੀ ਨਹੀਂ ਕਰਦੇ, ਉਹ ਸਿੱਖਾਂ ਦੀ ਸੇਵਾ ਭਾਵਨਾ ਦੀ ਗੱਲ ਕਰਦੇ ਹਾਂ। ਜਦੋਂ ਕਿਤੇ ਕਹਿ ਲਓ ਵੀ ਪੰਜਾਬ ਤੋਂ ਬਾਹਰ ਜੇ ਕਿਤੇ ਉੜੀਸਾ ਦੇ ਵਿੱਚ ਸਾਈਕਲੋਨ ਆ ਗਿਆ ਜੀ, ਉੱਥੇ ਲੰਗਰ ਲੱਗਿਆ, ਜਾਂ ਅਸਾਮ ਦੇ ਵਿੱਚ ਕਿਤੇ ਲੰਗਰ ਲੱਗਿਆ, ਭਾਵੇਂ ਲੰਗਰ ਉਹ ਸ਼੍ਰੋਮਣੀ ਕਮੇਟੀ ਲਾਵੇ, ਭਾਵੇਂ ਉਹ ਲੰਗਰ ਖਾਲਸਾ ਏਡ ਲਾਵੇ, ਭਾਵੇਂ ਕੋਈ ਸਾਡੀ ਸੰਤ ਸਮਾਜ ਜਥੇਬੰਦੀ ਲਾ ਦੇਵੇ, ਉੱਥੇ ਸਾਡੇ ਆਪਣੇ ਚ ਸਿੱਖਾਂ ਚ ਤਾਂ ਪਤਾ ਹੋਊਗਾ ਕਿ ਇਹ ਸਾਡੀ ਫਲਾਣੀ ਜਥੇਬੰਦੀ ਨੇ ਲਾਇਆ, ਪਰ ਜਿਹੜੇ ਨੌਨ ਸਿੱਖ ਨੇ ਉਹਨਾਂ ਲਈ ਇਹ ਫਰਕ ਨਹੀਂ ਹੁੰਦਾ, ਉਹਨਾਂ ਦੇ ਲਈ ਲੰਗਰ ਸਿੱਖਾਂ ਵੱਲੋਂ ਨਹੀਂ ਲੱਗਿਆ, ਉੱਥੇ ਜਿਹੜੀ ਛਵੀ ਹੈ ਉਹ ਸਿੱਖਾਂ ਦੀ ਹੀ ਜਾਂਦੀ ਹੈ। ਅੱਜ ਭਾਰਤ ਤੋਂ ਬਾਹਰ ਜੇ ਕਿਤੇ ਸੇਵਾ ਕਾਰਜ ਹੁੰਦੇ ਨੇ ਜਾਂ ਪੰਜਾਬ ਤੋਂ ਬਾਹਰ ਕਿਤੇ ਸੇਵਾ ਕਾਰਜ ਹੁੰਦੇ ਨੇ, ਚਾਹੇ ਹੁਣ ਉੱਥੇ ਅਸੀਂ ਧਰਮ ਦੇਖ ਕੇ ਤਾਂ ਕੰਮ ਨਹੀਂ ਕਰਦੇ, ਜੇ ਕਿਤੇ ਲੋੜ ਮਹਿਸੂਸ ਹੁੰਦੀ ਉੱਥੇ ਕਰਦੇ ਹਾਂ, ਉੱਥੇ ਗੱਲ ਖਾਲਸਾ ਏਡ ਦੀ ਨਹੀਂ ਹੁੰਦੀ, ਉੱਥੇ ਗੱਲ ਸਿੱਖਾਂ ਦੀ ਹੁੰਦੀ ਹੈ। ਸੋ ਹੁਣ ਜੇ ਅਸੀਂ ਇਹੀ ਸੋਚ ਕੇ ਚੱਲੀਏ ਵੀ ਨਹੀਂ ਅਸੀਂ ਪਹਿਲ ਦੇ ਆਧਾਰ ਤੇ ਪਹਿਲਾਂ ਇਕੱਲਾ ਪੰਜਾਬ 'ਚ ਹੀ ਕਰਨਾ, ਪੰਜਾਬ 'ਚ ਵੀ ਸੇਵਾ ਕਾਰਜ ਚੱਲ ਰਹੇ ਨੇ, ਜਿਹੋ ਜੀ ਲੋੜ ਉੱਥੋਂ ਦੀ ਹੈਗੀ ਆ ਉਹਦੇ ਮੁਤਾਬਿਕ ਸੇਵਾ ਕਾਰਜ ਚੱਲ ਰਹੇ ਨੇ। ਦੂਜੀ ਚੀਜ਼ ਕੀ ਹੈ, ਜਿੱਥੇ ਬਾਕੀ ਜਿਹੜਾ ਸੇਵਾ ਕਾਰਜ ਚੱਲਦੇ ਨੇ ਉਹ ਕੁਦਰਤੀ ਆਫਤ 'ਚ ਚੱਲਦੇ ਨੇ। ਜਿੱਥੇ ਕੋਈ ਕੁਦਰਤੀ ਆਫਤ ਆ ਜਾਂਦੀ ਹੈ, ਜੇ ਕੋਈ ਭੁਚਾਲ ਆ ਗਿਆ, ਹੜ੍ਹ ਆ ਗਿਆ, ਜਾਂ ਕੋਈ ਸਾਈਕਲੋਨ ਆ ਗਿਆ, ਜਾਂ ਕਿਤੇ ਕੋਈ ਇੱਦਾਂ ਨਾਲ ਕੁਦਰਤੀ ਭਾਣਾ ਵਾਪਰ ਜਾਵੇ, ਉੱਥੇ ਹੁੰਦਾ। ਭਾਵੇਂ ਹੁਣ ਯੂਕਰੇਨ ਦੀ ਜੰਗ ਲੱਗੀ ਹੋਈ ਹੈ, ਉਹ ਲੋਕ ਰਿਫਿਊਜੀ ਉੱਜੜ ਕੇ ਆ ਰਹੇ ਨੇ, ਪਰ ਜਿੱਥੇ ਕੋਈ ਇਹੋ ਜਿਹਾ ਕਾਰਜ ਨਹੀਂ ਹੋ ਰਿਹਾ ਉੱਥੇ ਤਾਂ ਸੇਵਾ ਕਾਰਜ ਨਹੀਂ ਚੱਲਦੇ। ਵਾਹਿਗੁਰੂ ਨਾ ਕਰੇ ਪੰਜਾਬ ਦੇ ਕਿਤੇ ਨਾ ਭਾਰੀ ਸਮਾਂ ਆਵੇ। ਹੁਣ ਜਦੋਂ ਪੰਜਾਬ 'ਚ ਭਾਰੀ ਸਮਾਂ 2019 'ਚ ਆਇਆ, ਜਾਂ ਹੁਣ ਮੁਕਤਸਰ ਸਾਹਿਬ ਦੇ ਇਲਾਕੇ 'ਚ ਹੜ੍ਹ ਆਏ, ਤਾਂ ਉੱਥੇ ਸੇਵਾ ਕਾਰਜ ਚੱਲਦੇ ਨੇ। ਜਿਵੇਂ ਅਸੀਂ ਸ਼ੁਰੂ 'ਚ ਗੱਲ ਕਰੀਏ ਕਿ ਖਾਲਸਾ ਏਡ ਦਾ ਜਿਹੜਾ ਮੁੱਖ ਸੇਵਾ ਦਾ ਖੇਤਰ ਹੈ ਉਹ ਕੁਦਰਤੀ ਆਫਤਾਂ ਦੇ ਵਿੱਚ ਮਦਦ ਪਹੁੰਚਾਉਣ ਦਾ, ਤੇ ਉਸ ਤੋਂ ਇਲਾਵਾ ਵੀ ਪੰਜਾਬ 'ਚ ਜਿਹੜੀਆਂ ਲੋੜਾਂ ਮਹਿਸੂਸ ਹੁੰਦੀਆਂ ਉੱਥੇ ਉਹ ਸੇਵਾ ਕਾਰਜ ਕਰ ਰਹੇ ਹਾਂ। ਤੇ ਹੁਣ ਜਿੱਥੇ ਕੋਈ ਕੁਦਰਤੀ ਆਫਤ ਪੰਜਾਬ 'ਚ ਆਉਂਦੀ ਹੈ ਤਾਂ ਉੱਥੇ ਸੇਵਾ ਕਾਰਜ ਕੀਤੇ ਵੀ ਗਏ ਨੇ। ਹੁਣ ਰਹਿੰਦੇ ਪੰਜਾਬ 'ਚ ਹੜ੍ਹ ਆਏ ਨੇ, ਬਹੁਤ ਵੱਡੇ ਪੱਧਰ ਤੇ ਆਏ ਨੇ, ਉੱਥੇ ਵੀ ਸੇਵਾ ਕਾਰਜ ਚੱਲ ਰਹੇ ਨੇ। ਸੋ ਹੁਣ ਅਸੀਂ ਇਕੱਲੀ ਗੱਲ ਇਹ ਕਰਕੇ ਨਹੀਂ ਨਾ ਕਰ ਸਕਦੇ ਕਿ ਦੇਖੋ ਅਸੀਂ ਤੁਰ ਤਾਂ ਸਿੱਖ ਸਿਧਾਂਤ ਤੇ ਰਹੇ ਹਾਂ, ਪਰ ਪਹਿਲਾਂ ਅਸੀਂ ਸਿੱਖ ਦੀ ਗੱਲ ਕਰਾਂਗੇ। ਹੁਣ ਗੁਰਦੁਆਰਾ ਸਾਹਿਬ ਪੂਰੀ ਦੁਨੀਆ 'ਚ ਨੇ, ਹਰ ਇੱਕ ਗੁਰੂ ਘਰ 'ਚ ਗੁਰੂ ਸਾਹਿਬ ਦਾ ਬਖਸ਼ਿਆ ਲੰਗਰ ਚੱਲਦਾ ਹੈ, ਪਰ ਕਿਤੇ ਵੀ ਦੁਨੀਆ 'ਚ ਇਹ ਤਾਂ ਨਹੀਂ ਹੁੰਦਾ ਵੀ ਗੁਰੂ ਘਰ ਦੇ ਵਿੱਚ ਪਹਿਲਾਂ ਲੰਗਰ ਸਿੱਖ ਛਕਣਗੇ ਤੇ ਬਾਕੀ ਬਾਅਦ ਛਕਣਗੇ। ਪਹਿਲਾਂ ਸਿੱਖ ਭੁੱਖੇ ਨੇ, ਭੁੱਖ ਤਾਂ ਸਭ ਨੂੰ ਬਰਾਬਰ ਲੱਗੀ ਹੈ, ਤੇ ਗੁਰੂ ਘਰ ਦੇ ਦਰਵਾਜ਼ੇ ਤਾਂ ਸਭ ਦੇ ਲਈ ਖੁੱਲੇ ਨੇ। ਹੁਣ ਲੰਗਰ ਦੇ ਵਿੱਚ ਅਸੀਂ ਇਹ ਨਹੀਂ ਕਹਿ ਸਕਦੇ ਕਿਸੇ ਨੂੰ ਕਿ ਭਾਈ
ਇਹ ਪਹਿਲਾਂ ਸਿੱਖਾਂ ਨੇ ਛਕਣਾ ਹੈ, ਫਿਰ ਕੋਈ ਦੂਜੇ ਧਰਮ ਦਾ ਜਾਂ ਦੂਜੀ ਕੌਮ ਦਾ ਵੀਰ ਭਾਈ ਸਾਡਾ ਆ ਕੇ ਛਕੂ ਜਾਂ ਭੈਣ ਛਕੂ, ਤਾਂ ਫਿਰ ਅਸੀਂ ਬਾਕੀ ਸੇਵਾ ਕਾਰਜਾਂ 'ਚ ਕਿਵੇਂ ਕਹਿ ਸਕਦੇ ਹਾਂ ਕਿ ਨਹੀਂ ਪਹਿਲਾਂ ਇਹ ਸੇਵਾ ਕਾਰਜ ਅਸੀਂ ਸਿੱਖਾਂ ਲਈ ਕਰਾਂਗੇ। ਤੇ ਕਿਤੇ ਨਾ ਕਿਤੇ ਇਹ ਵੀ ਮੈਂ ਹੋਰ ਵਿੱਚ ਇਹਦੇ ਜਿਹੜਾ ਨਾਲ ਗੱਲ ਸਾਂਝੀ ਕਰਨੀ ਚਾਹੁੰਦਾ ਜੀ ਜੀ, ਕਿਤੇ ਨਾ ਕਿਤੇ ਇਹ ਚੀਜ਼ ਆਈ ਸਾਡੇ ਧਿਆਨ ਦੇ ਵਿੱਚ, ਕਈ ਵੀਰਾਂ ਨੇ ਕਿਹਾ ਕਿ ਦੇਖੋ ਸਿੱਖਾਂ ਦਾ ਦਸਵੰਧ ਹੈ, ਤੁਸੀਂ ਪੰਜਾਬ ਤੇ ਨਹੀਂ ਲਾਉਂਦੇ, ਬਾਹਰਲੇ ਸੂਬਿਆਂ 'ਚ ਲਾ ਦਿੰਦੇ ਹੋ। ਜਿਹੜੇ ਸਿੱਖ ਵੀਰ ਭੈਣਾਂ ਭਰਾ ਸਾਡੇ ਜਿਹੜੇ ਆਪਣਾ ਦਸਵੰਧ ਦਿੰਦੇ ਨੇ, ਉਹ ਗੁਰੂ ਸਾਹਿਬ ਦੀ ਕਿਰਪਾ ਸਦਕਾ ਆਪਣੇ ਦਸਾਂ ਨੌਂ ਦੀ ਕਿਰਤ ਕਮਾਈ 'ਚੋਂ ਆਪਣਾ ਦਸਵੰਧ ਕੱਢ ਕੇ ਦਿੰਦੇ ਨੇ। ਇਹ ਸੰਗਤ ਸਿਆਣੀ ਹੈ, ਗੁਰੂ ਪਿਆਰੀ ਸੰਗਤ ਹੈ, ਉਹਨਾਂ ਨੂੰ ਸਾਡੇ ਸੇਵਾ ਕਾਰਜਾਂ ਬਾਰੇ ਪਤਾ ਕਿ ਸੇਵਾ ਕਾਰਜ ਕਿੱਥੇ ਚੱਲ ਰਹੇ ਨੇ। ਸੋ ਉਹਦੀ ਜਾਣਕਾਰੀ ਹੋਣ ਦੇ ਬਾਵਜੂਦ ਵੀ ਉਹ ਜਦੋਂ ਦਸਵੰਧ ਦਿੰਦੇ ਨੇ ਤਾਂ ਉਹ ਇਸ ਚੀਜ਼ 'ਚ ਸਹਿਯੋਗ ਕਰਦੇ ਨੇ ਕਿ ਜਿੱਥੇ ਲੋੜ ਹੈ ਉੱਥੇ ਚਲਾਇਆ ਜਾਵੇ ਕਾਰਜ। ਠੀਕ ਹੈ ਜੀ, ਇਹਦੇ 'ਚ ਕਿਤੇ ਰਿਸਟ੍ਰਿਕਸ਼ਨਸ ਨਹੀਂ ਆਉਂਦੀ। ਅਸੀਂ ਸੰਗਤ ਨੂੰ ਕਿਤੇ ਗੁੰਮਰਾਹ ਨਹੀਂ ਕਰਦੇ ਹੈ ਕਿ ਜੀ ਭਾਈ ਤੁਹਾਡਾ ਪੈਸਾ ਅਸੀਂ ਸਿਰਫ ਪੰਜਾਬ 'ਚ ਲਾਉਣਾ ਹੈ। ਹਾਂ, ਜਿਹੜਾ ਪੈਸਾ ਸਿਰਫ ਪੰਜਾਬ ਦੇ ਨਾਂ ਤੇ ਇਕੱਠਾ ਕਰਿਆ ਗਿਆ ਉਹ ਸਿਰਫ ਪੰਜਾਬ 'ਚ ਲੱਗਦਾ। ਜਿਸ ਕਾਰਜ ਦੇ ਉੱਤੇ ਦੁਨੀਆ ਦੇ ਜਿਹੜਾ ਵੀ ਸੇਵਾ ਕਾਰਜ ਦੇ ਉੱਤੇ ਪੈਸਾ ਇਕੱਠਾ ਹੁੰਦਾ, ਜੀ ਅਸੀਂ ਉਸ ਦੀ ਕਿਤੇ ਅਪੀਲ ਕਰਦੇ ਹਾਂ ਕਿ ਇਸ ਸੇਵਾ ਕਾਰਜ ਲਈ ਸੰਗਤ ਦੇ ਦਸਵੰਧ ਦੀ ਲੋੜ ਹੈ, ਤਾਂ ਉਹ ਪੈਸਾ ਲਾਇਆ ਵੀ ਸਿਰਫ ਫਿਰ ਉਸੇ ਸੇਵਾ ਕਾਰਜ ਦੇ ਉੱਤੇ ਜਾਂਦਾ। ਭਾਵੇਂ ਯੂਕਰੇਨ ਕ੍ਰਾਈਸਿਸ ਹੋਵੇ, ਭਾਵੇਂ ਪੰਜਾਬ ਦੇ 2019 ਦੇ ਹੜ੍ਹ ਹੋਣ ਜਿਨ੍ਹਾਂ ਦਾ ਸੇਵਾ ਕਾਰਜ ਹਜੇ ਵੀ ਚੱਲ ਰਹੇ ਨੇ, ਤੇ ਭਾਵੇਂ ਲਹਿੰਦੇ ਪੰਜਾਬ 'ਚ ਆਏ ਹੜ੍ਹ ਹੋਣ, ਫਿਰ ਉਹ ਰਿਸਟ੍ਰਿਕਟਡ ਫੰਡਿੰਗ ਹੁੰਦੀ ਹੈ, ਉਹਨੂੰ ਕੈਟਾਗਰਾਈਜ਼ ਕਰ ਲਿਆ ਜਾਂਦਾ, ਉਹ ਉਸੇ ਕਾਰਜ ਉੱਤੇ ਲੱਗਦਾ। ਸੋ ਇਹਦੇ ਵਿੱਚ ਨੌਨ ਸਿੱਖਾਂ ਦਾ ਵੀ ਬਹੁਤ ਵੱਡਾ ਸਹਿਯੋਗ ਆਉਂਦਾ। J.K. ਰੋਲਿੰਗ ਨੇ, ਜਿਨ੍ਹਾਂ ਨੇ ਇੱਕ ਹੈਰੀ ਪੋਟਰ ਨਾਮ ਦਾ ਜਿਹੜੀ ਬੁੱਕ ਲਿਖੀ ਹੈ, ਸਾਰੀ ਦੁਨੀਆ ਉਹਨਾਂ ਦੇ ਨਾਮ ਤੋਂ ਜਾਣੂ ਹੈ। ਜਦੋਂ COVID-19 ਚੱਲ ਰਿਹਾ ਸੀ, ਭਾਰਤ 'ਚ ਕਾਫੀ ਬੁਰਾ ਹਾਲ ਸੀਗਾ COVID-19 ਕਰਕੇ, ਤਾਂ ਉਹਨਾਂ ਦੇ ਟਰਸਟ ਜਿਹੜਾ ਵੋਲਨ ਟਰਸਟ ਆ, ਉਹਨਾਂ ਨੇ ਨਾਲ ਆ ਕੇ ਸਹਿਯੋਗ ਕੀਤਾ। ਸੋ ਹੁਣ ਉਹ ਤਾਂ ਨੌਨ ਸਿੱਖ ਨੇ, ਪਰ ਉਹ ਕਿਉਂ ਕਰਦੇ ਨੇ? ਸਿੱਖੀ ਦਾ ਜਿਹੜਾ ਸਿਧਾਂਤ ਆ ਸਰਬੱਤ ਦੇ ਭਲੇ ਵਾਲਾ, ਉਹ ਉਸ ਸਿਧਾਂਤ ਕਰਕੇ ਆ ਕੇ ਕਰਦੇ ਨੇ। ਜੇ ਖਾਲਸਾ ਏਡ ਦੀ ਜਗ੍ਹਾ ਕੋਈ ਹੋਰ ਸੰਸਥਾ ਵੀ ਉਸੇ ਸਿਧਾਂਤ ਦੇ ਉੱਤੇ ਪਹਿਰਾ ਦੇ ਕੇ ਕਾਰਜ ਕਰ ਰਹੀ ਹੈ, ਤਾਂ ਇਹ ਜਿਹੜੇ ਸਹਿਯੋਗ ਆ ਉਹਨਾਂ ਨੂੰ ਵੀ ਮਿਲੂਗਾ। ਇੱਥੇ ਬਹੁਤ ਸਾਰੇ ਮੁਸਲਮਾਨ ਵੀਰ ਨੇ ਜਿਹੜੇ ਆਪਣੇ ਦਸਵੰਧ 'ਚ ਜਿਹੜਾ ਉਹਨਾਂ ਦਾ ਜ਼ਕਾਤ ਹੁੰਦਾ ਹੈ, ਜਿਵੇਂ ਗੁਰਸਿੱਖ ਦਸਵੰਧ ਕੱਢਦੇ ਨੇ, ਉਹ ਆਪਣਾ ਜ਼ਕਾਤ ਤੇ ਦਸਵੰਧ ਆਪਣਾ ਡੋਨੇਟ ਕਰਦੇ ਨੇ ਆ ਕੇ। ਸੋ ਉਹ ਸਾਰੇ ਇਸੇ ਕਰਕੇ ਕਰਦੇ ਨੇ ਕਿ ਜਿਹੜਾ ਕਾਰਜ ਹੈ ਉਹ ਸਰਬੱਤ ਦੇ ਭਲੇ ਵਾਲਾ ਹੁੰਦਾ, ਕਿਸੇ ਇੱਕ ਵਿਸ਼ੇਸ਼ ਵਿਅਕਤੀ, ਧਰਮ ਜਾਂ ਜਾਤ ਨੂੰ ਦੇਖ ਕੇ ਨਹੀਂ ਕੀਤਾ ਜਾਂਦਾ, ਕਿਸੇ ਇੱਕ ਵਿਸ਼ੇਸ਼ ਥਾਂ ਨੂੰ ਦੇਖ ਕੇ ਨਹੀਂ ਕੀਤਾ ਜਾਂਦਾ। ਜੀ, ਮੇਰਾ ਆਖਰੀ ਸਵਾਲ ਗੁਰਪ੍ਰੀਤ ਜੀ, ਜਿਹੜੀਆਂ ਗੱਲਾਂ ਇਸ ਟਾਈਮ ਪਹਿਲਾਂ ਵੀ ਗੱਲ ਕਰ ਰਹੇ ਸੀ ਕਿ ਪੰਜਾਬ ਤੋਂ ਜਾਂ ਵੱਖ-ਵੱਖ ਹੋਰਨਾਂ ਸੂਬਿਆਂ ਤੋਂ ਜਾਂ ਵਿਦੇਸ਼ਾਂ ਤੋਂ ਧਰਤੀ ਤੋਂ ਉੱਠ ਰਹੀਆਂ ਨੇ, ਖਾਸ ਤੌਰ ਤੇ ਸਿੱਖ ਸਟੇਟ ਨੂੰ ਲੈ ਕੇ, ਖਾਸ ਤੌਰ ਤੇ ਵੱਖਰੀ ਸਟੇਟ ਨੂੰ ਲੈ ਕੇ, ਉਹਨਾਂ ਚੀਜ਼ਾਂ ਦਾ ਜਾਂ ਜਿਹੜੇ ਸਵਾਲ ਹੁਣ ਉੱਠ ਰਹੇ ਨੇ, ਇਹਨਾਂ ਚੀਜ਼ਾਂ ਦਾ ਸ਼ਰਧਾ ਦੇ, ਸੇਵਾ ਭਾਵਨਾ ਤੇ ਖਾਲਸਾ ਏਡ ਦੀ ਕਾਰਜ ਪ੍ਰਣਾਲੀ ਤੇ ਕੀ ਅਸਰ ਪੈ ਰਿਹਾ? ਦੇਖੋ, ਇਹਨਾਂ ਚੀਜ਼ਾਂ ਨਾਲ ਕਿਸੇ ਦੀ ਸ਼ਰਧਾ ਘਟੂਗੀ ਨਹੀਂ ਜਾਂ ਵਧੂਗੀ ਨਹੀਂ, ਹਨਾ। ਸ਼ਰਧਾ ਤੱਕ ਅਕਾਲ ਪੁਰਖ ਦੀ ਕਿਰਪਾ ਹੈ, ਜਿਹਦੇ ਮਨ 'ਚ ਸੇਵਾ ਭਾਵਨਾ ਹੈਗੀ ਆ। ਜਿਹੜੀ ਇੱਕ ਆਜ਼ਾਦ ਘਰ ਦੀ ਗੱਲ ਚੱਲਦੀ ਹੈ, ਜਿਨ੍ਹਾਂ ਵੀਰਾਂ ਦੇ ਮਨ ਦੀ ਇਹ ਸੋਚ ਅਕਾਲ ਪੁਰਖ ਚੜ੍ਹਦੀ ਕਲਾ 'ਚ ਰੱਖਣ। ਪਰ ਜਿਹੜਾ ਅਸੀਂ ਖਾਲਸਾ ਏਡ ਦੀ ਸੇਵਾ ਕਾਰਜਾਂ ਦੇ ਉੱਤੇ ਕੀ ਪ੍ਰਭਾਵ ਪੈਂਦਾ, ਇਹਦੇ ਬਾਰੇ ਜਾਣਕਾਰੀ ਮੈਂ ਜ਼ਰੂਰ ਸਾਂਝੀ ਕਰਦਾ। ਜੀ ਜੀ, ਭਾਰਤ ਦੀ ਜਿਹੜੀ NIA ਹੈ, ਨੈਸ਼ਨਲ ਇਨਵੈਸਟੀਗੇਸ਼ਨ ਮੇਰੇ ਖਿਆਲ ਤੋਂ NIA ਜਿਹੜੀ ਏਜੰਸੀ ਹੈ, ਜਿਹਦੀ ਗ੍ਰਹਿ ਮੰਤਰੀ ਨੂੰ ਸਿੱਧੀ ਰਿਪੋਰਟਿੰਗ ਹੁੰਦੀ ਹੈ, ਉਹ 2012 ਤੋਂ ਸਾਡੇ ਤੇ ਉਹਨਾਂ ਨੇ ਕੇਸ ਖੋਲ੍ਹਿਆ ਹੋਇਆ ਕਿ ਖਾਲਸਾ ਏਡ ਜਿਹੜੀ ਹੈਗੀ ਆ ਕਾਨੂੰਨ ਵਿਰੋਧੀ ਗਤੀਵਿਧੀਆਂ, ਦੇਸ਼ ਵਿਰੋਧੀ ਜਿਹੜੀ ਗਤੀਵਿਧੀਆਂ ਕਰਦੀ ਹੈ, ਤੇ ਉਹ 2012 ਤੋਂ ਸੇਵਾ ਉਹਦਾ ਜਿਹੜਾ ਇਨਵੈਸਟੀਗੇਸ਼ਨ ਉਹਦੀ ਚਾਲੂ ਰੱਖੀ ਹੋਈ ਹੈ। ਫਿਰ ਜਦੋਂ ਆਪਣਾ ਕਿਸਾਨੀ ਮੋਰਚਾ ਲੱਗਿਆ, ਉਸ ਵੇਲੇ ਫਿਰ ਇਨਵੈਸਟੀਗੇਸ਼ਨ ਉਹਦੀ ਇੱਕ ਨਵਾਂ ਕੇਸ ਪਾ ਕੇ ਖੋਲ ਰਿਹਾ ਹੈ। ਸੋ ਸਾਡੇ ਤੇ ਤਾਂ ਉਹਦਾ ਸਕੰਜਾ ਜਿਹੜਾ ਕੱਸਿਆ ਜਾਂਦਾ, ਉਹ ਕੀ ਹੁੰਦਾ ਹੈ ਕਿ ਹੁਣ ਮੈਂ ਤੁਹਾਨੂੰ ਇੱਕ ਹੋਰ ਨਾਲ ਉਹਦੀ ਜਾਣਕਾਰੀ ਹੋਰ ਐਡ ਆਨ ਕਰਦਾ ਕਿ ਉਹਦਾ ਸਾਡੇ ਤੇ ਕਾਰਜਾਂ ਤੇ ਪ੍ਰਭਾਵ ਕਿਵੇਂ ਪੈਂਦਾ। ਭਾਰਤ ਦੇ ਵਿੱਚ ਕਿਸੇ ਚੈਰੀਟੇਬਲ ਆਰਗੇਨਾਈਜੇਸ਼ਨ ਨੂੰ ਫੰਡ ਰਿਸੀਵ ਕਰਨ ਦੇ ਲਈ FCRA ਲਾਇਸੈਂਸ ਦੀ ਲੋੜ ਹੁੰਦੀ ਹੈ, ਫੋਰਨ ਕੰਟਰੀਬਿਊਸ਼ਨ ਰੈਗੂਲੇਸ਼ਨ ਐਕਟ ਦੀ। ਠੀਕ ਹੈ ਜੀ। ਹੁਣ ਅਸੀਂ ਖਾਲਸਾ ਏਡ ਇੰਡੀਆ ਸਾਡੀ ਜਿਹੜੀ ਇਕਾਈ ਉਹਦੇ ਵਿੱਚ ਅਸੀਂ FCRA ਨਹੀਂ ਲਿਆ ਹੋਇਆ। ਹੁਣ ਇਹਦੇ ਬਾਵਜੂਦ ਵੀ ਸੰਗਤ ਦੇ ਵਿੱਚ ਬੜੀ ਵਾਰ ਇੱਕ ਮਿਸਅੰਡਰਸਟੈਂਡਿੰਗ ਹੁੰਦੀ ਹੈ ਕਿ ਖਾਲਸਾ ਏਡ ਕੋਲ ਤਾਂ FCRA ਹੈ ਨਹੀਂ, ਇਹ ਆਪਣਾ ਪੈਸਾ ਇੰਡੀਆ ਭੇਜ ਕੇ ਲਾਉਂਦੇ ਕਿਵੇਂ ਨੇ, ਇਹ ਸੰਸਥਾ ਨੂੰ ਭੇਜ ਹੀ ਨਹੀਂ ਸਕਦੇ ਜੀ, ਇਹ ਪੈਸਾ ਬਾਹਰ ਖਾ ਗਏ ਜੀ, ਇਹ ਰੱਖ ਲਿਆ ਜੀ। ਇਹ ਗੱਲਾਂ ਕਿਤੇ ਨਾ ਕਿਤੇ ਸਾਡੇ ਵੀ ਧਿਆਨ 'ਚ ਆਉਂਦੀਆਂ ਨੇ, ਸੁਣਨ ਨੂੰ ਵੀ ਮਿਲਦੀਆਂ ਨੇ। ਹੁਣ ਉਹਦੇ 'ਚ ਕੀ ਹੁੰਦਾ ਕਿ ਭਾਰਤ ਦੇ ਵਿੱਚ ਜਿਹੜੇ ਕਾਰੋਬਾਰ ਲੋਕ ਕਰਦੇ ਨੇ, ਜਿਨ੍ਹਾਂ ਤੋਂ ਉਹਨਾਂ ਦੀਆਂ ਸੇਵਾਵਾਂ ਜਾਂ ਸਰਵਿਸਿਜ਼ ਜਾਂ ਪ੍ਰੋਡਕਟ ਅਸੀਂ ਲੈਣਾ ਹੁੰਦਾ, ਉਹਨਾਂ ਨੂੰ ਡਾਇਰੈਕਟ ਉਹਦੇ ਪੈਸੇ ਪੇ ਕਰਕੇ ਅਸੀਂ ਉਹ ਸਮਾਨ ਖਰੀਦ ਲੈਂਦੇ ਹਾਂ। 2019 ਦੇ ਜਦੋਂ ਹੜ੍ਹ ਆਏ ਨੇ ਜੀ, ਉਸ ਵੇਲੇ ਟਰੈਕਟਰ ਖਰੀਦੇ ਗਏ ਸੀਗੇ ਸੁਸਾਇਟੀਜ਼ ਨੂੰ ਦੇਣ ਦੇ, ਜੀ ਜੀ, ਕਿਸਾਨ ਜਿਹੜੀਆਂ ਸੁਸਾਇਟੀਜ਼ ਨੂੰ ਦਿੱਤੇ ਗਏ, ਤੇ ਉਸ ਵੇਲੇ ਵੱਡੀ ਤਾਦਾਦ ਦੇ ਵਿੱਚ ਯੂਰੀਆ ਵੀ ਖਰੀਦਿਆ ਗਿਆ ਸੀ ਆਉਣ ਵਾਲੀ ਫਸਲ ਦੀ ਬਿਜਾਈ ਦੇ ਲਈ। ਜਿਹੜੀਆਂ ਉਹਦੀਆਂ ਪੇਮੈਂਟ ਸੀਗੀਆਂ ਉਹ ਅਸੀਂ ਡਾਇਰੈਕਟਲੀ ਵੈਂਡਰਸ ਨੂੰ ਕਰਨੀਆਂ ਸੀਗੀਆਂ।
ਤੇ ਫਿਰ ਜਿਹੜਾ ਇਹ ਮੰਗ ਦੀ ਗੱਲ ਹੈ ਨਾ ਜੀ, ਉਹਦੇ ਨਾਲ ਸਾਨੂੰ ਕਿਤੇ ਨਾ ਕਿਤੇ ਲਿੰਕ ਕਰਕੇ ਦੇਖਣ ਦੀ ਕੋਸ਼ਿਸ਼ ਕੀਤੀ ਜਾਂਦੀ ਉਹਨਾਂ ਵੱਲੋਂ, ਤੇ ਉਹ ਜਿਹੜੀਆਂ ਸਾਡੀਆਂ ਪੇਮੈਂਟਸ ਨੇ ਉਹਨਾਂ ਨੂੰ ਡਿਲੇ ਕੀਤਾ ਜਾਂਦਾ ਔਨ ਪਰਪਸ, ਜਾਂ ਕਿਤੇ ਨਾ ਕਿਤੇ ਹੋਲਡ ਕਰ ਲਿਆ ਜਾਂਦਾ ਮਹੀਨਾ ਉਹ ਰਿਲੀਜ਼ ਨਹੀਂ ਹੁੰਦੀਆਂ। ਇਹੀ ਕਾਰਨ ਨੇ ਕਿਤੇ ਨਾ ਕਿਤੇ ਬੈਨ ਲੱਗਣ ਦੀ, ਜਿਹੜੀ ਕਿ ਸਵਾਲ ਸਾਹਮਣੇ ਆਉਂਦੇ ਨੇ ਕਿਤੇ ਨਾ ਕਿਤੇ, ਜਿਹੜੀਆਂ ਕਾਰਜ ਪ੍ਰਣਾਲੀਆਂ ਨੇ ਸੇਵਾਵਾਂ ਤੇ ਰੋਕ ਲੱਗਦੀ ਆ ਜਾਂ ਐਂਟੀ ਨੈਸ਼ਨਲ ਚਿਹਰਾ ਬਣਾਤਾ ਜਾਂਦਾ ਆ। ਜੀ ਬਿਲਕੁਲ, ਦੇਖੋ ਤੁਸੀਂ ਕੁਝ ਓਪੀ ਇੰਡੀਆ ਜਾਂ ਜੀ ਨਿਊਜ਼ ਹੈ, ਤੁਸੀਂ ਉਹਦੇ ਆਰਟੀਕਲ ਕੱਢ ਕੇ ਦੇਖੋ ਹਨਾ, ਉਹ ਖਾਲਸਾ ਏਡ ਨੂੰ ਕਿਸ ਤਰੀਕੇ ਨਾਲ ਇੱਕ ਨੈਗੇਟਿਵ ਰੂਪ ਚ ਦਿਖਾਉਣ ਦੀ ਦਿਨ ਰਾਤ ਕੋਸ਼ਿਸ਼ ਚ ਲੱਗੇ ਹੋਏ ਨੇ ਕਿ ਜੀ ਇਹ ਗਲਤ ਕੰਮ ਕਰ ਰਹੇ ਨੇ, ਦੇਸ਼ ਦੇ ਵਿਰੋਧੀ ਗਤੀਵਿਧੀਆਂ ਕਰ ਰਹੇ ਨੇ, ਜਿਹੜੀਆਂ ਸੇਵਾਵਾਂ ਚੱਲਦੀਆਂ ਨੇ ਉਹਨਾਂ ਨੂੰ ਪ੍ਰਭਾਵਿਤ ਕਰਨ ਦੇ ਲਈ। ਸੋ ਉਹਦੇ ਵਿੱਚ ਹੁੰਦਾ ਕਿ ਜਿਵੇਂ ਮੈਂ ਤੁਹਾਨੂੰ ਜਾਣਕਾਰੀ ਸਾਂਝੀ ਕਰਕੇ ਹਟਿਆ ਕਿ ਅਸੀਂ FCR ਹੀ ਨਹੀਂ ਲਿਆ ਹੋਇਆ, ਅਸੀਂ ਆਪਣੀ ਇਕਾਈ ਨੂੰ ਡਾਇਰੈਕਟ ਪੈਸਾ ਨਹੀਂ ਭੇਜਦੇ, ਅਸੀਂ ਵੈਂਡਰਸ ਨੂੰ ਪੈਸਾ ਭੇਜਦੇ ਹਾਂ ਜਿਹਨਾਂ ਤੋਂ ਅਸੀਂ ਸਰਵਿਸ ਲੈਣੀ ਹੁੰਦੀ ਹੈ। ਕਾਨੂੰਨ ਦੇ ਦਾਇਰੇ ਮੁਤਾਬਕ ਇੱਕ ਵੈਂਡਰ ਆਪਣੀਆਂ ਸਰਵਿਸਿਜ਼ ਦੇ ਸਕਦਾ ਕਿਸੇ ਨੂੰ, ਉਹਦੀ ਜੋ GST ਚਾਰਜ ਹੁੰਦੀ ਉਹ ਅਸੀਂ ਪੇ ਕਰਦੇ ਹਾਂ। ਉਹ ਸਾਰਾ ਕੁਝ ਸਹੀ ਹੋਣ ਦੇ ਬਾਵਜੂਦ ਵੀ ਉਹਨਾਂ ਨੂੰ ਔਨ ਪਰਪਸ ਡਿਲੇ ਕੀਤਾ ਜਾਂਦਾ। ਉਹਦੇ ਵਿੱਚ ਹੋਰ ਦਾ ਕੋਈ ਕਾਰਨ ਨਹੀਂ। ਇੱਕ ਬਿਜ਼ਨਸ ਕਰ ਰਿਹਾ ਹੋਵੇ ਕੋਈ ਬੰਦਾ ਕਿਸੇ ਦੂਜੇ ਬਿਜ਼ਨਸ ਦੇ ਨਾਲ, ਉਹਨਾਂ ਦੇ ਨਾਲ ਜਿਹੜੀ ਟ੍ਰਾਂਜੈਕਸ਼ਨ ਆ ਉਹ ਪਿਓਰਲੀ ਬਿਜ਼ਨਸ ਹੁੰਦੀ ਹੈ। ਜਦੋਂ ਸਾਨੂੰ ਪ੍ਰੋਡਕਟ ਮਿਲ ਗਿਆ ਉਹ ਅਸੀਂ ਸੰਗਤ ਦੇ ਵਿੱਚ ਕਿਵੇਂ ਵੰਡਦੇ, ਉਹ ਸੇਵਾ ਦੇ ਰੂਪ ਚ ਜਾਂਦਾ ਹੈ। ਪਰ ਪਹਿਲਾਂ ਹੀ ਦੇਖੋ ਉਹਨੂੰ ਬਿਜ਼ਨਸ ਦੇ ਰੂਪ ਚ ਵੀ ਉਹਨੂੰ ਪ੍ਰਭਾਵਿਤ ਕੀਤਾ ਜਾਂਦਾ ਹੈ ਕਿ ਇਹ ਜਿਹੜੀ ਟ੍ਰਾਂਜੈਕਸ਼ਨ ਆ ਵੇਲੇ ਸਿਰ ਨਾ ਹੋ ਜਾਵੇ। ਉਹਦੇ ਹੀ ਫਲਸਫੇ ਨੇ, ਉਹਦੇ ਹੀ ਜਿਹੜੇ ਹੈਗੇ ਆ, ਸਾਨੂੰ ਕਿਤੇ ਨਾ ਕਿਤੇ ਲਿੰਕ ਕਰਕੇ ਉਹ ਕੰਮ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰਦੇ ਨੇ। ਸਿੱਧਾ ਤਾਂ ਕੁਝ ਨਹੀਂ ਉਹਨਾਂ ਤੋਂ ਹੁੰਦਾ, ਪਰ ਕਿਸੇ ਨਾ ਕਿਸੇ ਤਰੀਕੇ ਨਾਲ ਅੜਿੱਕੇ ਬਣਦੇ ਨੇ। ਗੁਰਪ੍ਰੀਤ ਜੀ, ਅੜਿੱਕੇ ਬਣਦੇ ਨੇ, ਪਰ ਕਿਤੇ ਨਾ ਕਿਤੇ ਵੀ ਤਾਂ ਹੈ ਖਾਲਸਾ ਏਡ ਤੇ ਫਿਰ ਸਵਾਲ ਜਿਹੜੇ ਉੱਠਦੇ ਨੇ, ਸ਼ਾਇਦ ਘਰੇਲੂ ਕਲੇਸ਼ ਜੋ ਚੱਲ ਰਿਹਾ ਆ ਜਾਂ ਘਰ ਦੇ ਵਿੱਚ ਜਿਹੜੇ ਮਤਭੇਦ ਨੇ, ਉਹ ਸਵਾਲ ਖਾਲਸਾ ਏਡ ਤੇ ਜਾਂ ਜਿਹੜੀਆਂ ਸਿੱਖ ਸੰਸਥਾਵਾਂ ਨੇ ਜੋ ਇਸ ਵਕਤ ਸੇਵਾ ਕਾਰਜ ਕਰ ਰਹੀਆਂ ਨੇ, ਕਦੇ ਉਹਨਾਂ ਨੂੰ ਡਰੱਗ ਸਪਲਾਇਰ ਬਣਾ ਦਿੱਤਾ ਜਾਂਦਾ, ਕਦੇ ਉਹਨਾਂ ਨੂੰ ਸਟੂਡੈਂਟਸ ਤੱਕ ਹਥਿਆਰ ਪਹੁੰਚਾਉਣ ਦਾ ਜ਼ਰੀਏ ਦਾ ਟੈਗ ਦਿੱਤਾ ਜਾਂਦਾ, ਤੇ ਖਾਸ ਤੌਰ ਤੇ ਕਦੇ ਨਾ ਕਦੇ ਐਂਟੀ ਨੈਸ਼ਨਲ ਗਤੀਵਿਧੀਆਂ ਵਿੱਚ ਸ਼ਾਮਲ ਕਰਕੇ ਜਾਂ ਉਹ ਟੈਗ ਉਹਨਾਂ ਦੇ ਲੱਗ ਜਾਂਦੇ ਨੇ। ਹਾਂਜੀ ਬਿਲਕੁਲ ਲੱਗਦੇ ਨੇ। ਦੇਖੋ ਇਹਦੇ ਵਿੱਚ ਪਤਾ ਕੀ ਹੈ ਜੀ, ਜਦੋਂ ਕਿਤੇ ਇਹੋ ਜਿਹਾ ਕੰਮ ਹੁੰਦਾ ਹੈ, ਸੋ ਸਾਡੀ ਤਾਂ ਇਹ ਉਮੀਦ ਹੁੰਦੀ ਹੈ, ਜਿਵੇਂ ਹੁਣ ਪਬਲਿਕ ਤੌਰ ਤੇ ਸੰਗਤ ਖੁੱਲੇ ਰੂਪ ਚ ਜਿਵੇਂ ਆਪ ਜੀ ਨੇ ਗੱਲ ਕਰੀ ਕਿ ਖਾਲਸਾ ਏਡ ਤੋਂ ਨਾ ਕਾਰਜਾਂ ਦੀ ਉਮੀਦ ਕਰਦੀ ਹੈ, ਤਾਂ ਸਾਨੂੰ ਵੀ ਹੁੰਦਾ ਕਿ ਸਾਡੇ ਬੜੇ ਸਿੱਖ ਚਿੰਤਕ ਨੇ। ਹੁਣ ਪੰਜਾਬ ਦੇ ਵਿੱਚ ਸਿੱਖਾਂ ਦਾ ਆਪਣਾ ਮੀਡੀਆ ਹੈ, ਪੰਜਾਬੀਆਂ ਦੀ ਆਪਣੀ ਆਵਾਜ਼ ਹੈ, ਉਹ ਲੋਕਾਂ ਨੂੰ ਵੀ ਆਵਾਜ਼ ਇਸ ਪ੍ਰਤੀ ਚੱਕਣੀ ਚਾਹੀਦੀ ਹੈ। ਜਿੱਥੇ ਉਹਨਾਂ ਨੂੰ ਦਿਖਦਾ ਕਿ ਕੰਮ ਕ੍ਰੈਡੀਬਲ ਹੋ ਰਿਹਾ, ਕੋਈ ਇਹੋ ਜਿਹਾ ਗਲਤ ਕੰਮ ਨਹੀਂ ਹੋ ਰਿਹਾ ਜਿਹਨੂੰ ਕਾਨੂੰਨੀ ਰੂਪ ਚ ਉਹ ਗਲਤ ਦਿਖਾਉਣ ਦੀ ਕੋਸ਼ਿਸ਼ ਕਰਨ, ਤਾਂ ਉੱਥੇ ਸਭ ਦੀ ਆਵਾਜ਼ ਚੱਕਣੀ ਬਣਦੀ ਹੈ। ਜਿਹਨਾਂ ਨੇ ਦੋਸ਼ ਲਾਉਣੇ ਆ ਉਹਨਾਂ ਕੋਲ ਕੋਈ ਆਧਾਰ ਹੋਵੇ ਨਾ ਹੋਵੇ, ਉਹਨਾਂ ਨੂੰ ਤਾਂ ਦੋਸ਼ ਲਾ ਲੈਣਾ ਜੀ। ਜਿਹੜਾ ਸਿੱਖੀ ਦੇ ਫਲਸਫੇ ਦਾ ਵਿਰੋਧੀ ਹੈ ਜੀ, ਉਹਨੇ ਤਾਂ ਦੇਖੋ ਕਿਸੇ ਨਾ ਕਿਸੇ ਤਰੀਕੇ ਆਪਣਾ ਦੋਸ਼ ਜਿਹੜਾ ਲਾ ਲੈਣਾ, ਉਹ ਭਾਵੇਂ ਸਾਬਤ ਹੋਵੇ ਨਾ ਹੋਵੇ, ਪਰ ਉਹਨੂੰ ਡਿਫੈਂਡ ਕਰਨ ਦੇ ਲਈ ਜਿਹਦੇ ਤੇ ਦੋਸ਼ ਲੱਗਿਆ, ਜੇ ਉਹ ਬੰਦਾ ਡਿਫੈਂਡ ਕਰਨ 'ਚ ਲੱਗ ਜਾਵੇ ਤਾਂ ਜਿਹੜਾ ਉਹਦਾ ਸੇਵਾ ਕਾਰਜ ਆ ਉਹ ਰੁਕ ਜਾਂਦਾ। ਤੁਸੀਂ ਉਹ એનર્ਜੀ ਆਪਣੀ ਸਾਰੀ ਡਿਵੋਟ ਕਰਕੇ ਆਪਣੇ ਆਪ ਨੂੰ ਡਿਫੈਂਡ ਕਰਨ 'ਚ ਲਾਉਂਦੇ ਹੋ। ਸੋ ਉੱਥੇ ਚਾਹੀਦਾ ਕਿ ਸਾਡੀਆਂ ਜਿਹੜੀਆਂ ਸੰਸਥਾਵਾਂ ਨੇ, ਸਾਡੇ ਜਿਹੜੇ ਸਿੱਖ ਬੁੱਧੀਜੀਵੀ ਨੇ, ਸਾਡੇ ਜਿਹੜੇ ਮੀਡੀਆ ਆਊਟਲੈਟ ਨੇ, ਉਹ ਮੂਹਰੇ ਆ ਕੇ ਉੱਥੇ ਸਹਿਯੋਗ ਕਰਨ ਉਸ ਚੀਜ਼ ਦੇ ਵਿੱਚ। ਕੋਈ ਵੀ ਸੰਸਥਾ ਹੈ, ਅਸੀਂ ਗੱਲ ਕਰੀ ਖਾਲਸਾ ਏਡ ਦੀ ਨਹੀਂ ਕਰਦੇ, ਸਾਡਾ ਕੋਈ ਵੀ ਵੀਰ ਭਾਈ ਹੈ, ਕੋਈ ਵੀ ਬੰਦਾ ਕਿਤੇ ਮਨੁੱਖੀ ਹੱਕਾਂ ਦੀ ਗੱਲ ਕਰਦਾ ਹੈ, ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਹੈ, ਜੇ ਉਹਦੇ ਤੇ ਕੋਈ ਹਜੇ ਐਲੀਗੇਸ਼ਨ ਕਿਸੇ ਤੇ ਵੀ ਲੱਗਦਾ ਹੈ ਤਾਂ ਮੂਹਰੇ ਹੋ ਕੇ ਨਾਲ ਖੜ ਕੇ ਸਹਿਯੋਗ ਕਰਨਾ ਚਾਹੀਦਾ ਵੀ ਨਹੀਂ ਭਾਈ ਇਹ ਚੀਜ਼ਾਂ ਗਲਤ ਨੇ। ਉਹ ਕਿਸੇ ਦਾ ਸਾਫ਼ ਸੁਥਰੀ ਗੱਲ ਕਰ ਰਹੇ ਨੇ ਜੀ। ਬਹੁਤ ਬਹੁਤ ਧੰਨਵਾਦ ਗੁਰਪ੍ਰੀਤ ਜੀ ਸਮਾਂ ਦੇਣ ਲਈ। ਸੋ ਇਹ ਸਨ ਹੈੱਡ ਆਪਰੇਸ਼ਨ ਖਾਲਸਾ ਏਡ ਦੇ ਗੁਰਪ੍ਰੀਤ ਸਿੰਘ, ਜਿਨ੍ਹਾਂ ਨੇ ਆਪਣਾ ਤਜਰਬਾ, ਆਪਣੀ ਕਾਰਜ ਪ੍ਰਣਾਲੀ ਜਾਂ ਖਾਲਸਾ ਏਡ ਦੀਆਂ ਜੋ ਸੇਵਾ ਕਾਰਜ ਚੱਲ ਰਹੇ ਨੇ ਉਹਨਾਂ ਬਾਰੇ ਜਾਣਕਾਰੀ ਪਾਈ ਹੈ। ਹਾਲਾਂਕਿ ਉਹਨਾਂ ਬੇਸ਼ੱਕ ਦੀ ਇਹ ਵੀ ਨਾਲ ਪ੍ਰੋੜਤਾ ਕਰਦੇ ਹੋਏ ਨਜ਼ਰ ਆਏ ਕਿ ਜਿਸ ਤਰੀਕੇ ਦੀਆਂ ਬਿਆਨਬਾਜ਼ੀਆਂ ਹੁੰਦੀਆਂ ਨੇ ਜਾਂ ਜਿਸ ਤਰੀਕੇ ਦੇ ਘਰੇਲੂ ਕਲੇਸ਼ ਜਾਂ ਵੱਖੋ ਵੱਖਰੇ ਮਤਭੇਦ ਨੇ, ਤਾਂ ਉਹਦੇ ਕਰਕੇ ਜ਼ਰੂਰ ਜਿਹੜੀਆਂ ਸਿੱਖ ਸੰਸਥਾਵਾਂ ਨੇ ਉਹਨਾਂ ਤੇ ਸਵਾਲ ਖੜੇ ਹੋ ਜਾਂਦੇ ਨੇ। ਪਰ ਹੁਣ ਦੇਖਣਾ ਇਹ ਹੈ ਕਿ ਜਿਹੜੇ ਸਵਾਲ ਅੱਜ ਖੜੇ ਕੀਤੇ ਜਾ ਰਹੇ ਨੇ ਉਹਨਾਂ ਦਾ ਨਤੀਜਾ ਭਵਿੱਖ ਦੇ ਵਿੱਚ ਕੀ ਨਿਕਲਦਾ ਆ, ਤੇ ਖਾਸ ਤੌਰ ਤੇ ਜਿਸ ਤਰੀਕੇ ਦੇ ਸਵਾਲ ਨੇ ਕਿ ਪੰਜਾਬ ਨੂੰ ਵੀ ਲੋੜ ਹੈ ਹੈਲਪ ਦੀ, ਪੰਜਾਬ ਨੂੰ ਸਹਾਇਤਾ ਦੀ ਲੋੜ ਹੈ, ਪੰਜਾਬ 'ਚ ਵੀ ਜਿਹੇ ਕਾਰਜ ਹੋਣੇ ਚਾਹੀਦੇ ਨੇ, ਤਾਂ ਕਿੱਦਾਂ ਦੇ ਕਾਰਜ ਤੇ ਕਿੱਦਾਂ ਦੇ ਨਤੀਜੇ ਉਹਨਾਂ ਕਾਰਜਾਂ ਦੇ ਸਾਹਮਣੇ ਆਉਣਗੇ।